ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਅਸੀਂ ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਇਸ ਵੇਲੇ ਤੁਸੀਂ ਰੱਬ ਵਰਗੇ ਸਾਡੇ ਪਿਆਰੇ ਦਰਸ਼ਕ ਸਿੱਖ ਚੈਨਲ ਵੇਖ ਰਹੇ ਹੋ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਖਾਸ ਕਰਕੇ ਸਿੱਖ ਚੈਨਲ ਤੋਂ ਦਾਸ ਦੀ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੇ ਨਾਮਵਾਰ ਗਾਇਕ ਨੇ ਜਾਂ ਸਾਡੇ ਪੰਥ ਦੇ ਵਿਦਵਾਨ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹਸਤੀਆਂ ਨੇ ਤੁਹਾਨੂੰ ਉਹਨਾਂ ਦੇ ਨਾਲ ਮਿਲਾਈਏ। ਹਮੇਸ਼ਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਜੀ। ਸੋ ਅੱਜ ਵੀ ਅਸੀਂ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਸੁਰੀਲੇ ਗਾਇਕ ਤੇ ਜਿਨ੍ਹਾਂ ਦੇ ਪਿਆਰੇ ਗੀਤ ਆਪਾਂ ਨੂੰ ਸੁਣਨ ਨੂੰ ਮਿਲਦੇ ਨੇ ਔਰ ਵੀਡੀਓ ਵੀ ਆਪਾਂ ਵੇਖਦੇ ਆ ਤੇ ਉਹਨਾਂ ਦੇ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜੀ, ਗੱਲਬਾਤ ਕਰਾ ਰਹੇ ਹਾਂ। ਮੈਂ ਹਾਂ ਚਰਨਜੀਤ ਸਿੰਘ ਤੇ ਮੇਰੇ ਨਾਲ ਅੱਜ ਜੁੜੇ ਹੋਏ ਨੇ ਪਰਗਨ ਜੀ, ਪਰਗਨ ਪੰਡਾਲ ਜੀ, ਜਿਹਨੂੰ ਆਪਾਂ ਕਹਿੰਦੇ ਆ। ਆਓ ਉਹਨਾਂ ਨਾਲ ਇੱਕ ਵਾਰੀ ਫਤਿਹ ਦੀ ਸਾਂਝ ਪਾਈਏ ਜੀ। ਪੰਡਾਲ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਚੰਦਜੀਤ ਸਾਹਿਬ ਜੀ, ਤੁਹਾਡਾ ਅਸੀਂ ਇਸ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਜੀ। ਅੱਜ ਤੁਹਾਨੂੰ ਸਾਡੇ ਪਿਆਰੇ ਦਰਸ਼ਕ ਦੇਸ਼ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਤੁਹਾਨੂੰ ਇਸ ਵੇਲੇ ਦੇਖ ਰਹੇ ਆ ਜੀ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਸਭ ਤੋਂ ਕਹਿੰਦੇ ਵੀ ਚਰਨਜੀਤ ਸਾਹਿਬ ਕਹਿੰਦੇ ਕਿ ਮਿਹਰ ਦੇ ਦੀਵੇ ਮਚਾ ਕੇ ਰੱਖੀ, ਮਿਹਰ ਦੇ ਦੀਵੇ ਮਚਾ ਕੇ ਰੱਖੀ, ਬਾਬਾ ਨਾਨਕ ਬਚਾ ਕੇ ਰੱਖੀ, ਜਿੱਦਾਂ ਹੁਣ ਤੱਕ ਰੱਖਦਾ ਆਇਆ ਏਦਾਂ ਰਾਹ ਰੁਸ਼ਨਾ ਕੇ ਰੱਖੀ। ਵਾਹ ਵਾਹ ਵਾਹ। ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਣੀ ਕਿ ਪਰਗਨ ਪੰਡਾਲ ਵੱਲੋਂ ਸਿੱਖ ਚੈਨਲ ਦੇ ਤਮਾਮ ਰੱਬ ਵਰਗੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਦੇ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ, ਕਿਉਂਕਿ ਜਲਦੀ ਆਉਣ ਵਾਲਾ। ਤੋ ਸਾਰੀ ਦੁਨੀਆ ਨੂੰ, ਸਮੂਹ ਪੰਜਾਬੀਆਂ ਨੂੰ, ਔਰ ਮੈਂ ਸਾਰੇ ਸਿੱਖ ਚੈਨਲ ਦੇ ਸਾਰੀ ਪ੍ਰਬੰਧਕ ਕਮੇਟੀ ਦਾ ਅਤੀ ਧੰਨਵਾਦੀ ਹਾਂ, ਜਿਨ੍ਹਾਂ ਬੁਲਾ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਕੀਤਾ ਜੀ। ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਭ ਤੋਂ ਪਹਿਲਾਂ, ਕਿਉਂਕਿ ਸਾਡਾ ਜੋ ਅਸਲ ਇਸ਼ਟ ਆ, ਅਸੀਂ ਧਰਮ ਦੇ ਨਾਲ ਜੁੜੇ ਹੋਏ ਹਾਂ ਤੇ ਉਹ ਆਰੰਭ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਦੁਨੀਆ ਤੇ ਆ ਕੇ ਇੱਕ ਨਾਮ ਦਾ ਚਾਨਣ ਜਿਹੜਾ ਕੀਤਾ ਹੈ। ਅਗਿਆਨਤਾ ਦਾ ਹਨੇਰਾ ਸੀਗਾ, ਅਸੀਂ ਇਗਨੋਰੈਂਸ ਦੇ ਵਿੱਚ ਫਸੇ ਹੋਏ ਸੀ, ਅਗਿਆਨਤਾ ਵਿੱਚ ਫਸੇ ਹੋਏ ਸੀ, ਵਹਿਮਾਂ ਭਰਮਾਂ ਦੇ ਵਿੱਚ, ਪਖੰਡਾਂ ਦੇ ਵਿੱਚ ਅਸੀਂ ਫਸੇ ਹੋਏ ਸੀਗੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਸੰਗਤ ਰਹਿਮਤ ਕਰਕੇ ਤੇਰਾ ਏਕ ਨਾਮ ਸਾਰੇ ਸੰਸਾਰ ਦੇ ਮਹਾਂਵਾਕਾਂ ਅਨੁਸਾਰ ਉਹਨਾਂ ਨੇ ਨਾਮ ਦਾ ਛੱਟਾ ਸਾਰੀ ਸ੍ਰਿਸ਼ਟੀ ਦੇ ਵਿੱਚ ਘੁੰਮ ਕੇ, ਦੁਨੀਆ ਤੇ ਘੁੰਮ ਕੇ ਦਿੱਤਾ। ਤੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਨਾ ਤੇ ਆਪਣਾ ਤਕਰੀਬਨ ਸਾਰਿਆਂ ਦਾ ਹੀ ਇਹ ਫਰਜ਼ ਵੀ ਆ ਤੇ ਧਰਮ ਵੀ ਆਪਣਾ ਕਿ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਆਵਰ ਫਾਊਂਡਰ ਗੁਰੂ ਇਸ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਜਿਹੜਾ ਗੁਰਬਾਣੀ ਹੈਗੀ ਆ ਸਾਨੂੰ ਬਹੁਤ ਬਖਸ਼ਿਸ਼ ਉੱਥੋਂ ਹੀ ਹੋਈ ਆ। ਗੁਰਬਾਣੀ ਦੀ ਬਖਸ਼ਿਸ਼ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਹੀ। ਤੇ ਸਭ ਤੋਂ ਪਹਿਲਾਂ ਦੇਖੋ ਜੀ, ਪੰਡਾਲ ਸਾਹਿਬ ਉਹਨਾਂ ਨੇ ਸਾਨੂੰ ਬੜੀ ਬਖਸ਼ਿਸ਼ ਕਰਕੇ ਜਿਹੜਾ ਜਪਜੀ ਸਾਹਿਬ ਦਾ ਪਾਠ ਅਸੀਂ ਸ਼ੁਰੂ ਦੇ ਵਿੱਚ ਕਰਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਆਰੰਭ ਦੇ ਵਿੱਚ ਹੀ, ਤੇ ਉਹ ਸਭ ਤੋਂ ਪਹਿਲੀ ਗੱਲ ਇਹ ਲਿਖ ਦਿੱਤੀ ਵੀ ਇੱਕ ਓੰਕਾਰ। ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਬੰਦੇ ਦੀ ਤੇ ਜ਼ਾਤ ਹੀ ਕੋਈ ਨਹੀਂ, ਕਿ ਬੰਦਾ ਤੇ ਆਪਣੇ ਵਿੱਚ ਹੀ ਇੱਕ ਖੁਦ ਜ਼ਾਤ ਆ। ਕਿਉਂਕਿ ਅਸੀਂ ਸਮਝਦੇ ਹਾਂ ਕਿ ਆਹ ਫਲਾਣੀ ਜ਼ਾਤ ਆ, ਉਹ ਜ਼ਾਤ ਹੈ, ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦਾ ਖੰਡਨ ਕੀਤਾ। ਇੱਕ ਮਨੁੱਖੀ ਜ਼ਾਤ ਆ, ਸਾਰੀ ਹਿਊਮੈਨਿਟੀ ਜਿਹੜੀ ਆ ਆਪਾਂ ਉਹ ਲਈਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਵੀ ਜਿਹੜਾ ਅਕਾਲ ਪੁਰਖ ਹੈ ਉਹ ਇੱਕ ਆ। ਤੁਸੀਂ ਨਾਮ ਉਹਦੇ ਜਿੰਨੇ ਮਰਜ਼ੀ ਰੱਖ ਲਓ, ਉਹ ਨਾਮ ਅਸੀਂ ਰੱਖੇ ਹੋਏ ਨੇ ਦੁਨੀਆ ਦੇ ਉੱਤੇ। ਸਭ ਤੋਂ ਪਹਿਲਾਂ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਜੀ। ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਜਿਹੜੀਆਂ ਵਧਾਈਆਂ ਸਾਡੇ ਪਿਆਰੇ ਦਰਸ਼ਕਾਂ ਨੂੰ ਤੁਸੀਂ ਦਿੱਤੀਆਂ ਨੇ ਤੇ ਬਹੁਤ ਬਹੁਤ ਤੁਹਾਡਾ ਅਸੀਂ ਇਸ ਗੱਲ ਤੇ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ। ਪੰਡਾਲ ਸਾਹਿਬ ਜੀ, ਆਪਾਂ ਹੁਣ ਆਪਣੇ ਵਿਸ਼ੇ ਤੇ ਆਈਏ। ਜੇ ਆਪਾਂ ਗੱਲਬਾਤ ਕਰੀਏ ਕਿ ਤੁਸੀਂ, ਤੁਹਾਡਾ ਪ੍ਰਮਾਤਮਾ ਨੇ ਬੜੀ ਤੁਹਾਡੇ ਤੇ ਕਿਰਪਾ ਕੀਤੀ ਹੈ, ਮੇਰੇ ਵਾਹਿਗੁਰੂ ਨੇ ਬੜੀ ਤੁਹਾਡੇ ਤੇ ਰਹਿਮਤ ਕੀਤੀ ਹੈ ਕਿ ਤੁਹਾਨੂੰ ਇੱਕ ਬਹੁਤ ਹੀ ਸੁਰੀਲਾ ਗਲਾ ਬਖਸ਼ਿਸ਼ ਕੀਤਾ ਹੈ। ਔਰ ਸੱਚੇ ਪਾਤਸ਼ਾਹ ਦੀ ਕਿਰਪਾ ਜੀ। ਜਿਹੜਾ ਗਲਾ ਵੈਸੇ ਸੁਰੀਲਾ ਹੁੰਦਾ ਨਾ, ਇਹ ਬਖਸ਼ਿਸ਼ ਹੁੰਦੀ ਹੈ ਅਕਾਲ ਪੁਰਖ ਦੀ, ਇਹ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਬੰਦਾ ਭਾਵੇਂ ਜੋ ਮਰਜ਼ੀ ਕਰ ਲੈ, ਲੇਕਿਨ ਇਹ ਕੁਦਰਤੀ ਤੌਰ ਤੇ, ਨੈਚੁਰਲੀ ਤੌਰ ਤੇ ਇਹ ਹੁੰਦਾ। ਤੁਸੀਂ ਸਭ ਤੋਂ ਪਹਿਲਾਂ ਇਹ ਜਿਹੜੀ ਦਾਤ ਤੁਹਾਨੂੰ ਵਾਹਿਗੁਰੂ ਨੇ ਬਖਸ਼ੀ ਹੈ, ਸੁਰੀਲਾ ਗਲਾ ਤੁਹਾਨੂੰ ਬਖਸ਼ਿਆ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਚਰਨਜੀਤ ਭਾਜੀ, ਇਹ ਦਰਅਸਲ ਮੈਨੂੰ ਗਾਉਣ ਦਾ ਮਤਲਬ ਬਚਪਨ ਤੋਂ ਮੈਨੂੰ ਸ਼ੌਂਕ ਸੀ। ਵੈਸੇ ਉਹ ਤਾਂ ਮੈਂ ਜਦੋਂ ਖੂਹ ਵਾਹੁਣੇ, ਫਲੇ ਵਾਹੁਣੇ ਜਾਂ ਆਪਣੇ ਖੇਤਾਂ 'ਚ ਕੰਮ ਕਰਨਾ, ਉਦੋਂ ਦਾ ਮੈਨੂੰ ਸ਼ੌਂਕ ਸੀ। ਵੈਸੇ ਸਾਡਾ ਪਰਿਵਾਰ ਹੈਗਾ ਬਹੁਤ ਅਧਿਆਤਮਕ
ਰੂਹਾਨੀਅਤ ਪਰਿਵਾਰ 'ਚ ਮੈਂ ਪੈਦਾ ਹੋਇਆ ਵਾਹ ਤੇ ਸਾਡੇ ਪਰਿਵਾਰ ਵਿੱਚ ਗਾਉਣਾ ਵਜਾਉਣਾ ਬਹੁਤ ਸਖਤ ਮਨਾ ਸੀ। ਜੀ। ਪਰ ਫਿਰ ਵੀ ਮੈਂ ਚੋਰੀ ਛੱਪੀ ਖੂਹ ਤੇ ਗਾਉਣਾ ਤੇ ਇਹ ਹੌਲੀ ਹੌਲੀ ਮੈਂ ਤਾਂ ਵੀ ਸੰਗੀਤ ਪ੍ਰੋਪਰ ਨਹੀਂ ਮੈਂ ਸਿੱਖ ਸਕਿਆ, ਪਰ ਬੇਸਿਕ ਮੈਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਸਿੱਖਿਆ ਜੀ। ਤੇ ਮੈਂ ਉਦੋਂ ਫਿਰ ਉਸ ਜ਼ਮਾਨੇ 'ਚ ਆਪਣੇ ਨਰਿੰਦਰ ਬੀਬਾ ਜੀ ਤੇ ਸਾਡੇ ਸਤਿਕਾਰਯੋਗ ਸਰਦਾਰ ਕਰਮਜੀਤ ਸਿੰਘ ਧੂਰੀ ਸਾਹਿਬ, ਉਹਨਾਂ ਦਾ ਮੈਂ ਬਹੁਤ ਵੱਡਾ ਮਰੀਦ ਰਿਹਾ ਉਸ ਜ਼ਮਾਨੇ 'ਚ। ਵਾਹ ਜੀ ਵਾਹ। ਤੇ ਹਾਂਜੀ, ਉਹਨਾਂ ਦੇ ਫਿਰ ਮੈਂ ਗਾਣੇ ਗਾਉਣੇ ਆਪਣੇ ਖੂਹ ਵਾਹੁੰਦਿਆਂ, ਫਲੇ ਵਾਹੁੰਦਿਆਂ ਜਾਂ ਬਾਹਰ, ਤੇ ਉਸ ਤੋਂ ਵੀ ਹੌਲੀ ਹੌਲੀ ਇਹ ਚੀਜ਼ ਮਤਲਬ ਚੱਲਦਾ ਰਿਹਾ। ਤੇ ਉਸ ਤੋਂ ਬਾਅਦ ਫਿਰ ਮੈਂ ਜਰਮਨ ਆ ਗਿਆ ਤੇ ਜਰਮਨ ਤੋਂ ਬਾਅਦ ਫਿਰ ਮੈਂ ਇੱਥੇ ਜਦੋਂ ਆਇਆ ਫਿਰ ਮੈਂ ਰਿਕਾਰਡਿੰਗ ਕਰਾਈ ਇੱਥੇ ਆ ਕੇ। ਆਪਣਾ ਸੋਹ ਰੋਡ ਤੇ ਕੰਪਨੀ ਹੁੰਦੀ ਰੋਮਾ ਮਿਊਜ਼ਿਕ ਕੰਪਨੀ, ਉਹਨਾਂ ਨੇ ਮੇਰੀਆਂ ਫਿਰ 5 ਐਲਬਮਾਂ ਮੇਰੀਆਂ ਉਹਨਾਂ ਨੇ ਜਾਣੀ ਰਿਲੀਜ਼ ਕੀਤੀਆਂ ਉਹਨਾਂ ਨੇ ਜੀ। ਜੀ ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਵਾਂ, ਤੁਹਾਡੇ ਬਚਪਨ ਵੱਲ ਲੈ ਜਾਵਾਂ। ਜਦੋਂ ਤੁਸੀਂ ਬਚਪਨ ਦੇ ਵਿੱਚ ਸੀਗੇ, ਸਕੂਲ ਦੇ ਅੰਦਰ ਤੁਸੀਂ ਪੜ੍ਹਦੇ ਸੀਗੇ, ਤੇ ਉਦੋਂ ਵੀ ਤੁਹਾਡੇ ਮਨ 'ਚ ਖਿਆਲ ਆਉਂਦਾ ਸੀ ਜਾਂ ਕਿ ਬਾਲ ਸਭਾਵਾਂ ਆਮ ਲੱਗਦੀਆਂ ਹੁੰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਕੀ ਤੁਹਾਨੂੰ ਉਦੋਂ ਕਿ ਮੌਕਾ ਮਿਲਦਾ ਹੁੰਦਾ ਸੀ, ਜਾਂ ਤੁਸੀਂ ਆਪਣੇ ਮਨ ਦਾ ਬਲਬਲਾ, ਜੇ ਘਰ ਦੇ ਵਿੱਚ ਤੁਹਾਨੂੰ ਗਾਉਣ ਦਾ ਟਾਈਮ ਨਹੀਂ ਸੀ ਜਾਂ ਇਜਾਜ਼ਤ ਨਹੀਂ ਸੀ, ਕਿ ਸਕੂਲੇ ਜਾ ਕੇ ਬਲਬਲਾ ਜਾਂ ਕੀਰਤਨ ਜਾ ਕੇ ਬਲਬਲਾ ਕਿੱਥੇ ਕੱਢਦੇ ਸੀ ਤੁਸੀਂ? ਮੈਂ ਕਹਿੰਦਾ ਜੀ, ਮੈਂ ਸਕੂਲੇ ਮੈਂ ਇੱਕ ਗੀਤ ਗਾਇਆ ਕਰਦਾ ਸੀ, ਮੈਂ ਸਰਦਾਰ ਕਰਮਜੀਤ ਸਿੰਘ ਧੂਰੀ ਸਾਹਿਬ ਦਾ। ਜੇ ਤੁਹਾਡੀ ਆਗਿਆ ਹੋਵੇ 2 ਬੋਲ ਹੋ ਜਾਣ। ਬਿਲਕੁਲ ਜੀ ਬਿਲਕੁਲ, ਆਪਾਂ ਗਾ ਕੇ ਸੁਣਾਓ ਤੁਸੀਂ ਸਾਡੇ ਦਰਸ਼ਕਾਂ ਨੂੰ। ਉਹਦਾ ਸੀ, ਉਹ ਬੰਦਿਆ ਪੜ ਸਤਿਗੁਰ ਦੀ ਬਾਣੀ, ਜੋ ਤੇਰੇ ਅੰਤ ਸਮੇਂ ਕੰਮ ਆਣੀ। ਓ ਬੰਦਿਆ ਪੜ ਸਤਿਗੁਰ ਦੀ ਬਾਣੀ। ਹਾਂਜੀ, ਵਾਹ ਜੀ ਵਾਹ। ਉਹ ਬੰਦਿਆ ਪੜ ਸਤਿਗੁਰ ਦੀ ਬਾਣੀ, ਬੜਾ ਮਿੱਠਾ ਤੇ ਪਿਆਰਾ ਗੀਤ ਹੁੰਦਾ ਸੀਗਾ ਉਸ ਟਾਈਮ ਦਾ। ਤੇ ਜਦੋਂ ਤੁਸੀਂ ਕਾਫੀ ਲੰਮਾ, ਪਰ ਮੈਂ ਕਿਹਾ ਬਈ ਥੋੜਾ ਜਿਹਾ। ਹਾਂਜੀ, ਨਹੀਂ ਕੋਈ ਗੱਲ ਨਹੀਂ, ਤੁਸੀਂ ਇਸ ਵੇਲੇ ਖੋਲਿਆ ਟਾਈਮ ਦੀ ਵੀ ਕੋਈ ਗੱਲ ਨਹੀਂ ਇਦਾਂ ਦੀ। ਜਦੋਂ ਇਹ ਗੀਤ ਤੁਸੀਂ ਗਾਉਂਦੇ ਹੁੰਦੇ ਸੀਗੇ, ਜਦੋਂ ਕਹਿੰਦੇ ਆਪਾਂ ਬਾਣੀ ਦਾ ਤਾਂ ਵੈਸੇ ਹੀ ਆਪਾਂ ਨਾਂ ਲੈ ਲਈਏ ਤੇ ਮਨ ਜਿਹੜਾ ਬੜਾ ਇੱਕ ਨਿਹਾਲ ਹੋ ਜਾਂਦਾ, ਇੱਕ ਪ੍ਰਸੰਨਤਾ ਵੱਲ ਨੂੰ ਮਨ, ਆਨੰਦਤਾ ਵੱਲ ਨੂੰ ਮਨ ਚਲੇ ਜਾਂਦਾ। ਜਦੋਂ ਤੁਸੀਂ ਇਹ ਗੀਤ ਗਾਉਂਦੇ ਹੁੰਦੇ ਸੀ ਤੇ ਤੁਸੀਂ ਫਿਰ ਮਹਿਸੂਸ ਕਿਦਾਂ ਕਰਦੇ ਹੁੰਦੇ ਸੀ? ਮੈਂ ਕੀ ਨਾ ਜੀ, ਚਰਨਜੀਤ ਭਾਜੀ, ਤੁਸੀਂ ਹਿਸਾਬ ਲਾ ਲਓ ਵੀ ਮੈਂ ਅਧਿਆਤਮਕ ਪਰਿਵਾਰ ਵਿੱਚ, ਰੂਹਾਨੀਅਤ ਪਰਿਵਾਰ 'ਚ ਪੈਦਾ ਹੋਇਆ। ਮੈਂ ਅੱਜ ਇਹ ਗੱਲ ਚੈਨਲ ਦੇ ਉੱਪਰ ਮੈਂ ਮਤਲਬ ਯਾਰ ਇਹ ਮੈਂ ਯਾਨੀ ਬਿਆਨਕਾਰੀ ਦੇਣੀ ਹੈ। ਮੇਰੇ ਫਾਦਰ ਸਾਹਿਬ 94 ਸਾਲ ਦੇ ਪੂਰੇ ਹੋ ਕੇ ਗਏ ਇਸ ਦੁਨੀਆ ਤੋਂ। ਤੁਸੀਂ ਸੱਚ ਜਾਣਿਓ ਵੀ ਮੇਰੇ ਫਾਦਰ ਸਾਹਿਬ ਜੰਮਣ ਤੋਂ ਲੈ ਕੇ ਮਰਨ ਤੱਕ ਕਦੀ ਬਿਮਾਰ ਨਹੀਂ ਹੋਏ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਦੱਸਣ ਲੱਗਾ, ਇਹ ਮੈਂ ਈਗੋ ਤੋਂ ਬਗੈਰ ਦੱਸਣ ਲੱਗਾ, ਇਹ 'ਚ ਕੋਈ ਹੰਕਾਰ ਨਹੀਂ ਗਾ, ਨਾ ਹੀ ਕਦੀ ਇਹੋ ਜਿਹਾ ਕਰਦੇ ਆ ਜੀ। ਮੇਰੇ ਫਾਦਰ ਸਾਹਿਬ ਨੂੰ ਲਗਭਗ ਗੁਰੂ ਗ੍ਰੰਥ ਸਾਹਿਬ ਸਾਰਾ ਮੂੰਹ ਜ਼ਬਾਨੀ ਯਾਦ ਸੀ, ਲਗਭਗ। ਵਾਹ 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 ਵਾਹ, ਕੀ ਬਾਤਾਂ ਜੀ। ਇਹ ਜਾਣੀ ਕਿ ਬਹੁਤ ਵੱਡੀ, ਇਹ ਮੈਂ ਕਦੀ ਚੈਨਲ ਦੇ ਉੱਪਰ ਕਦੀ ਦੱਸਿਆ ਨਹੀਂ। ਸਾਡੇ ਰਿਸ਼ਤੇਦਾਰਾਂ ਨੂੰ ਪਤਾ, ਸਾਡੇ ਇਲਾਕੇ 'ਚ ਪਤਾ। ਗੁਰੂ ਗ੍ਰੰਥ ਸਾਹਿਬ ਜਾਣੀ ਕਿ ਮੇਰਾ ਖਿਆਲ ਆ ਵੀ ਜਿੱਥੋਂ ਮਰਜ਼ੀ ਸੁਣ ਲਓ, ਪੂਰੇ ਦਾ ਪੂਰਾ ਕਰ ਦਿੰਦੇ। ਸਾਡੇ ਘਰ ਅੰਮ੍ਰਿਤਧਾਰੀ ਬੰਦੇ ਬਹੁਤ ਆਉਂਦੇ ਹੁੰਦੇ ਸੀ, ਤੇ ਉਹਨਾਂ ਕਹਿਣਾ ਵੀ ਬਾਬਾ ਜੀ, ਉਹਨਾਂ ਨੇ ਜਿੱਥੋਂ ਮਤਲਬ ਵੀ ਸ਼ਬਦ ਸ਼ੁਰੂ ਕਰ ਦੇਣਾ, 4 ਦੇ 4 ਹੀ ਅੰਗ ਪੂਰੇ ਦੇ ਪੂਰੇ ਪੜ੍ਹ ਦਿੰਦੇ ਹੁੰਦੇ ਸੀ ਮੂੰਹ ਜ਼ਬਾਨੀ। ਵਾਹ ਜੀ ਵਾਹ, ਵਾਹ ਜੀ ਵਾਹ। ਉਸ ਪਰਿਵਾਰ 'ਚ ਮੈਂ ਪੈਦਾ ਹੋਇਆ ਜੀ। ਮੈਨੂੰ ਤੇ ਐਵੇਂ ਲੱਗਦਾ ਜੀ ਪੰਡਾਲ ਸਾਹਿਬ, ਜਿਵੇਂ ਤੁਹਾਡੀ ਗੱਲਬਾਤ ਸੁਣ ਕੇ, ਤੇ ਮੈਨੂੰ ਐਵੇਂ ਲੱਗਦਾ ਕਿ ਜਿਵੇਂ ਉਹਨਾਂ ਸਿਆਣਿਆਂ ਦੀ ਜਿਹੜੀ ਮਿਹਨਤ ਕੀਤੀ ਹੋਈ, ਜਿਹੜਾ ਉਹ ਬਾਣੀ ਦੇ ਨਾਲ ਲੱਗੇ ਹੋਏ, ਮੈਂ ਤੇ ਸੋਚਦਾ ਕਿ ਉਹ ਬਾਕੀ ਤੁਹਾਡੇ ਤੇ ਆ ਕੇ ਹੋਈ। ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਦੇਖੋ ਚਰਨਜੀਤ ਭਾਜੀ, ਮੈਂ ਇਹ ਕੋਈ ਈਗੋ ਨਾ, ਫੇਰ ਮੈਂ ਉਹੀ ਗੱਲ ਕਹਿਣ ਲੱਗਾ, ਸਾਡੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਵੀ ਸਾਰੀ ਜ਼ਿੰਦਗੀ 10-9 ਦੀ ਕਿਰਤ ਕੀਤੀ, ਤੇ ਦਾਸ ਦੀ ਉਮਰ 62 ਸਾਲ ਦੀ ਹੈ। ਮੈਂ ਵੀ ਆਪਣੇ ਘਰ ਵਿੱਚ ਕੋਈ ਉਹੋ ਜਿਹਾ ਪੈਸਾ ਕਦੀ ਨਹੀਂ ਵਾੜਿਆ, ਤਾਂ ਕਿ ਹਾਂ ਕਦੇ ਕੁਦਰਤੀ ਆ ਗਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਜਾਣ ਬੁੱਝ ਕੇ ਸਾਡਾ ਪਰਿਵਾਰ ਇਹੋ ਜਿਹਾ ਕੰਮ ਨਹੀਂ ਕਰਦਾ ਜੀ। ਇਹ ਸੱਚੇ ਪਾਤਸ਼ਾਹ ਦੀ ਬੜੀ ਅਪਾਰ ਬਖਸ਼ਿਸ਼ ਹੈ ਸਾਡੇ ਤੇ ਜੀ। ਜੀ ਜੀ, ਬਹੁਤ ਬਹੁਤ ਤੁਹਾਡਾ ਅਸੀਂ ਇਸ ਗੱਲ ਦੇ ਨਾਲ ਧੰਨਵਾਦ ਵੀ ਤੁਹਾਡਾ ਕਰਦੇ ਹਾਂ ਕਿ
देखो सब तो पहला बंदे दे नियम ने, जे बंदा नियम तो ही गिर गया ते ਉਹ ਫਿਰ ਬੰਦਾ ਜਿਹੜਾ ਦੁਨੀਆ ਦੀ ਨਿਗਾਹ ਤੋਂ ਗਿਰ ਜਾਂਦਾ ਵਾ। ਤੇ ਤੁਸੀਂ जी ਆਪਣੇ ਨਿਯਮ ਜਿਹੜੇ ਗੁਰਬਾਣੀ ਦੇ ਮੁਤਾਬਕ ਜੋ ਤੁਹਾਡੇ ਪਰਿਵਾਰ ਦੇ ਵਿੱਚੋਂ ਵਿਰਸੇ ਦੇ ਵਿੱਚੋਂ ਤੁਹਾਨੂੰ ਇਹ ਧਾਰਮਿਕਤਾ ਜਿਹੜੀ ਮਿਲੀ ਆ ਤੁਹਾਨੂੰ, ਉਹ ਤੁਸੀਂ ਉਸ ਨੂੰ ਸਾਂਭ ਕੇ ਰੱਖਿਆ ਹੋਇਆ। ਠੀਕ ਹੈ ਜੀ, ਆਪਾਂ बिल्कुल जी। ਗੱਲਬਾਤ ਕਰਦੇ ਹਾਂ ਕਿ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਕਿ ਤੁਸੀਂ ਕੋਈ ਕਿਸੇ ਉਸਤਾਦ ਨੂੰ ਵੀ ਧਾਰਨਾ ਕੀਤਾ ਫਿਰ? ਵੇਖੋ ਜੀ ਚਰਜੀ ਭਾਜੀ ਗੱਲ ਹੈ ਵੀ ਮੈਂ ਕਿਉਂਕਿ ਜਿੱਦਾਂ ਕਲਾਕਾਰ ਆਮ ਕਈ ਵਾਰੀ ਤਾਂ ਕਹਿੰਦੇ ਆ, ਮੈਂ ਵੈਸੇ ਪ੍ਰੋਪਰ ਉਸਤਾਦ ਕੋ ਨਹੀਂ ਸਿੱਖਿਆ, ਪਰ ਅੱਛਾ। ਮੈਂ ਜਦੋਂ ਮੈਂ ਹਾਂ ਨਹੀਂ ਸਿੱਖਿਆ, ਮੇਰੇ ਕੋਲ ਸਿੱਖ ਨਹੀਂ ਹੋਇਆ ਕਿਉਂਕਿ ਸਾਡੇ ਘਰ ਵਿੱਚ ਬਹੁਤ ਸਖਤੀ ਸੀ, ਜ਼ਿਆਦੀ ਸਖਤੀ ਸੀ। ਤੇ ਮੈਂ ਫਿਰ ਜਦੋਂ ਇੰਗਲੈਂਡ ਆਇਆ ਤੇ ਜਦੋਂ ਮੇਰੀ ਰਿਕਾਰਡਿੰਗ ਹੋਈ ਤੇ ਮੈਨੂੰ ਥੋੜਾ ਫੀਲ ਹੋਇਆ ਵੀ ਜੇ ਤੂੰ ਸਟੇਜਾਂ ਲਾਉਣੀਆਂ ਤੈਨੂੰ ਘੱਟੋ ਘੱਟ ਜਿਹੜਾ ਹਾਰਮੋਨੀਅਮ ਦੀ ਸਕੇਲ ਦਾ ਪਤਾ ਹੋਣਾ ਚਾਹੀਦਾ। ਹਾਂਜੀ, ਉਸ ਕਰਕੇ ਮੈਂ ਥੋੜਾ ਜਿਹਾ ਆਪਣੇ ਬ੍ਰਦਰ ਕੋਲੋਂ ਜਾਣੇ ਕਿ ਜਿੰਦਰ ਪੜਾਲ ਕੋਲੋਂ, ਭਾਜੀ ਬਲਦੇਵ ਮਸਤਾਨਾ ਜੀ, ਆਪਣੇ ਸੁਖਿੰਦਰ ਸ਼ਿੰਦਾ ਜੀ, ਇਹਨਾਂ ਦੇ ਕੋਲ ਮੈਂ ਥੋੜਾ ਜਿਹਾ ਗਿਆਨ ਲਿਆ ਕਿਉਂਕਿ ਸਟੇਜਾਂ ਲਾਉਣੀਆਂ ਉਹਦੇ ਵਾਸਤੇ ਵੀ ਤੁਹਾਨੂੰ ਸਕੇਲ ਦਾ ਤਾਂ ਪਤਾ ਹੋਣਾ ਚਾਹੀਦਾ ਨਾ। ਤੇ ਥੋੜਾ ਬੇਸਿਕ ਸਿੱਖਿਆ, ਮੇਰੇ ਕੋਲ ਸਿੱਖ ਨਹੀਂ ਹੋਇਆ ਕਿਉਂਕਿ ਸਾਡੇ ਪਰਿਵਾਰ ਵਿੱਚ ਬਹੁਤ ਸਖਤ ਸੀ। ਹਾਂਜੀ ਬਿਲਕੁਲ, ਬਹੁਤ ਜ਼ਿਆਦੀ ਹੈਗੀ ਸਖਤੀ। ਮਤਲਬ ਤੁਸੀਂ ਉਹਨਾਂ ਜਿੰਨਾ ਕੁ ਤੁਸੀਂ ਲੋੜ ਸਮਝਦੇ ਸੀਗੇ ਉਹਨੇ ਕਿ ਤੁਸੀਂ ਜਿਹੜੀ ਆ ਸਿੱਖਿਆ ਹਾਰਮੋਨੀਅਮ ਦੀ ਲਈ ਆ? ਹਾਂ ਬਸ ਥੋੜਾ ਜਿਹਾ ਜਿੱਦਾਂ ਕਿ ਬੇਸਿਕ ਲਾ ਲਓ ਵੀ ਸਟੇਜਾਂ ਲਾਉਣ ਲਈ। ਹਾਂਜੀ ਬਿਲਕੁਲ। ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਇੱਕ ਗਾਇਕ ਵਾਸਤੇ, ਇੱਕ ਸਿੰਗਰ ਵਾਸਤੇ, ਉਹ ਬੜੀ ਜਿਹੜੀ ਮਹਾਨ ਇੱਕ ਚੀਜ਼ ਆ ਉਹ ਇਹ ਹੈ ਕਿ ਰਿਆਜ਼ ਕਰਨਾ ਜੀ। ਸਭ ਤੋਂ ਪਹਿਲਾਂ, ਕਿਉਂਕਿ ਜਿਹੜਾ ਬੰਦਾ ਰਿਆਜ਼ ਕਰਦਾ ਹੈ ਨਾ ਉਹ ਬੰਦਾ ਕਹਿੰਦੇ ਅਸਲ ਦੇ ਵਿੱਚ ਉਹਦੇ ਪ੍ਰਮਾਤਮਾ ਆਪਣੇ ਆਪ ਹੀ ਰਸ ਭਰੀ ਜਾਂਦਾ ਗਲੇ ਦੇ ਵਿੱਚ। ਤੁਸੀਂ ਰਿਆਜ਼ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨਾ ਕੀ ਕੀਤਾ ਜਾਂ ਕਿੰਨਾ ਕੁ ਰਿਆਜ਼ ਕਰ ਰਹੇ ਹੋ? ਵੇਖੋ ਜੀ ਚਰਜੀ ਭਾਜੀ, ਮੈਂ ਤੁਹਾਨੂੰ ਅੱਗੇ ਦੱਸਣ ਲੱਗਾ, ਮੈਨੂੰ ਨਾ ਸਰਗਮਾਂ ਲੈ ਕੇ ਦਿੱਤੀਆਂ ਸੀ ਭਾਜੀ ਬਲਦੇਵ ਮਸਤਾਨਾ ਜੀ ਨੇ ਜੀ ਤੇ ਸੁਖਿੰਦਰ ਸ਼ਿੰਦਾ ਜੀ ਨੇ, ਤੇ ਉਹ ਫਿਰ ਮੈਨੂੰ ਕਹਿੰਦੇ ਵੀ ਉਹਨਾਂ ਨੇ ਮੈਨੂੰ ਰਿਆਜ਼ ਕਰਨਾ ਸਿਖਾਲਤਾ ਵੀ ਤੂੰ ਇੰਨਾ ਜ਼ਰੂਰ ਕਰਨਾ। ਉੱਥੇ ਫਿਰ ਮੈਂ ਜਿੰਨਾ ਕੁ ਮੈਨੂੰ ਸਿਖਾਲਿਆ ਉਹਨਾਂ ਮੈਂ ਰਿਆਜ਼, ਮੈਂ ਏਦਾਂ ਵਾਂ ਵੀ ਮੈਂ ਗਾਉਣ ਤੋਂ ਬਗੈਰ ਰਹਿ ਨਹੀਂ ਸਕਦਾ, ਰੋਟੀ ਭਾਵੇਂ ਮੈਨੂੰ ਮਿਲੇ ਚਾਹੇ ਨਾ ਮਿਲੇ। ਹਾਂਜੀ, ਮੈਂ ਰਿਆਜ਼ ਲਗਭਗ ਰੋਜ਼ ਹੀ ਕਰਦਾ, ਘੰਟਾ ਲਾਵਾਂ, 1.5 ਘੰਟਾ ਲਾਵਾਂ, ਲਾਉਣਾ ਜ਼ਰੂਰ ਆ ਮੈਂ। ਹਾਂਜੀ, ਪਹਿਲਾਂ ਰਿਆਜ਼ ਕਰਨਾ, ਮੁੜ ਕੇ ਫਿਰ 5-4 ਗੀਤ ਗਾਉਣੇ, ਇਹ ਮੇਰੀ ਹੌਬੀ ਆ। ਹਾਂਜੀ, ਤੇ ਉਸ ਕਰਕੇ ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਨੀ ਚੱਲ ਰਿਹਾ ਜੀ, ਉਹਦੀ ਬਖਸ਼ਿਸ਼ ਆ। ਤੇ ਰਿਆਜ਼ ਦੇਖੋ, ਕਹਿੰਦੇ ਰਿਆਜ਼ ਜਿਹੜਾ ਬੰਦੇ ਨੂੰ ਬੜੇ ਸਿਖਰਾਂ ਤੇ ਲੈ ਜਾਂਦਾ ਆ। ਔਰ ਤੁਹਾਡੇ ਬੜੇ ਪਿਆਰੇ ਗੀਤ ਇਸ ਵੇਲੇ ਜਿਹੜੇ ਮਾਰਕੀਟ ਦੇ ਵਿੱਚ ਆਏ ਹੋਏ ਨੇ, ਸਾਨੂੰ ਦਰਸ਼ਕਾਂ ਨੂੰ, ਸਰੋਤਿਆਂ ਨੂੰ ਸੁਣਨ ਵਾਸਤੇ ਮਿਲਦੇ ਨੇ, ਬੜੇ ਪਿਆਰੇ ਗੀਤ ਨੇ। ਉਹਨਾਂ ਦੇ ਵਿੱਚ ਮੈਂ ਗੱਲ ਕਰਾਂ ਕਿ ਤੁਹਾਡਾ ਹੁਣੇ ਇੱਕ ਗੀਤ ਬੜਾ ਪਿਆਰਾ ਰਿਲੀਜ਼ ਹੋਇਆ, ਤੇ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਆਗਮਨ ਪੁਰਬ ਜਿਹੜਾ ਹੈ ਉਹ ਵੀ ਆ ਰਿਹਾ ਵਾ, ਤੇ ਤੁਸੀਂ ਇਸ ਚੰਗੇ ਸਮੇਂ ਨੂੰ ਬਿਲਕੁਲ ਸਮਾਂ ਵਿਚਾਰ ਕੇ ਜਿਹੜਾ ਤੁਸੀਂ ਇਹ ਗੀਤ ਤੁਹਾਡਾ ਰਿਲੀਜ਼ ਹੋਇਆ, ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹਾਂਗਾ ਕਿ ਤੁਸੀਂ ਆਪਣੇ ਜਵਾਨੀ ਇਸ ਗੀਤ ਦੇ 2 ਬੋਲ ਸਾਂਝੇ ਕਰਿਓ, ਤੇ ਉਹ ਤੋਂ ਬਾਅਦ ਫਿਰ ਆਪਾਂ ਤੁਹਾਡਾ ਰਿਕਾਰਡ ਹੋਇਆ ਜਿਹੜਾ ਗੀਤ ਆ ਔਰ ਵੀਡੀਓ ਸ਼ੂਟ ਹੋਇਆ ਗੀਤ ਜਿਹੜਾ ਉਹ ਆਪਾਂ ਉਹ ਸੁਣਾਂਗੇ। ਪਹਿਲਾਂ ਤੁਸੀਂ 2 ਬੋਲ ਸਾਨੂੰ ਗਾ ਕੇ ਜ਼ਰੂਰ ਸੁਣਾਓ ਜੀ। ਇਹ ਗੀਤ ਮੇਰੇ ਬਹੁਤ ਅਜੀਜ਼ ਦੋਸਤ ਜਸਦੀਪ ਸਾਗਰ ਸਾਹਿਬ ਦਾ ਲਿਖਿਆ ਹੋਇਆ ਗੀਤ ਹੈ, ਤੇ ਉਹਨਾਂ ਨੇ ਕਿਹਾ ਵੀ ਪਰਗਣਾ ਇੱਕ ਮੇਰਾ ਗੀਤ ਰਿਕਾਰਡ ਕਰਨਾ। ਤੇ ਫਿਰ ਜਦੋਂ ਇਹ ਗੀਤ ਮੈਨੂੰ ਮਿਲਿਆ, ਸਭ ਤੋਂ ਵੱਡੀ ਖੁਸ਼ੀ ਆ ਕਿ ਮੇਰੀ ਦਿਲ ਦੀ ਬਹੁਤ ਤਮੰਨਾ ਸੀ ਕਿ ਮੈਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਦਿਹਾੜੇ ਤੇ ਇਹ ਗੀਤ ਮੈਂ ਮਤਲਬ ਵੀ ਪੱਕਾ ਰਿਕਾਰਡ ਕਰਕੇ ਤੇ ਮੈਂ ਰਿਲੀਜ਼ ਕਰਨਾ। ਉਹ ਮੇਰੀ ਸੱਚੇ ਪਾਤਸ਼ਾਹ ਨੇ ਮੇਰੀ ਤਮੰਨਾ ਪੂਰੀ ਕੀਤੀ ਆ। ਲਓ 2-4 ਮੈਂ ਲੈਣਾ ਪੇਸ਼ ਕਰ ਲੱਗਾ, ਲਓ ਸੁਣਨ ਵਾਲੀ ਗੱਲ ਹੈ। ਹਾਂਜੀ। ਬੰਦਾ ਖੁਸ਼ ਹੈ ਖੁਦ ਨੂੰ ਚੱਕਰਾਂ ਦੇ ਵਿੱਚ ਪਾ ਕੇ ਬਈ, ਆਪੇ ਪੂਜੀ ਜਾਂਦਾ ਆਪੇ ਰੱਬ ਬਣਾ ਕੇ ਬਈ। ਬੰਦਾ ਖੁਸ਼ ਹੈ ਖੁਦ ਨੂੰ ਚੱਕਰਾਂ ਦੇ ਵਿੱਚ ਪਾ ਕੇ ਬਈ, ਆਪੇ ਪੂਜੀ ਜਾਂਦਾ ਆਪੇ ਰੱਬ ਬਣਾ ਕੇ ਬਈ। ਈਸ਼ੇ ਵਿੱਚ ਜੜ ਕੇ ਮਾੜਾ ਫੜ ਕੇ ਮੱਥੇ ਟੇਕਦਾ ਏ, ਉਹ ਤੇਰੀਆਂ ਚੁਸਤ ਚਲਾਕੀਆਂ, ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ, ਉਹ ਤੇਰੀਆਂ ਚੁਸਤ
ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਵਾਹ ਜੀ ਵਾਹ, ਵਾਹ ਜੀ ਭੰਡਾਰ ਸਾਹਿਬ, ਕਿਆ ਬਾਤਾਂ ਤੇਰੀਆਂ। ਚੁਸਤ ਚਲਾਕੀਆਂ ਬਾਬਾ ਨਾਨਕ ਵੇਖਦਾ ਏ। ਪਿਆਰੇ ਦਰਸ਼ਕੋ, ਬੜਾ ਪਿਆਰਾ ਗੀਤ ਇਹਨਾਂ ਦਾ ਗਾਇਆ ਹੋਇਆ। ਆਓ ਆਪਾਂ ਇਸ ਗੀਤ ਦੀਆਂ 4 ਲਾਈਨਾਂ ਜਿਹੜੀਆਂ ਰਿਕਾਰਡ ਹੋਈਆਂ ਨੇ, ਉਹ ਆਪਾਂ ਇਹਨਾਂ ਦਾ ਗੀਤ ਬੜੇ ਪਿਆਰ ਨਾਲ ਸੁਣੀਏ ਜੀ। ਕੀ ਬਾਤ, ਜਿਉਂਦੇ ਰਹੋ। ਬੰਦਾ ਖੁਸ਼ ਹੈ ਖੁਦ ਨੂੰ ਚੱਕਰਾਂ ਦੇ ਵਿੱਚ ਪਾ ਕੇ ਬਈ, ਆਪੇ ਪੂਜੀ ਜਾਂਦਾ ਆਪੇ ਰੱਬ ਬਣਾ ਕੇ ਬਈ। ਬੰਦਾ ਖੁਸ਼ ਹੈ ਖੁਦ ਨੂੰ ਚੱਕਰਾਂ ਦੇ ਵਿੱਚ ਪਾ ਕੇ ਬਈ, ਆਪੇ ਪੂਜੀ ਜਾਂਦਾ ਆਪੇ ਰੱਬ ਬਣਾ ਕੇ ਬਈ। ਸ਼ੀਸ਼ੇ ਵਿੱਚ ਜੜ ਕੇ ਮਾਲਾ ਫੜ ਕੇ ਮੱਥੇ ਟੇਕਦਾ ਏ। ਤੇਰੀਆਂ ਚੁਸਤ ਚਲਾਕੀਆਂ, ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਸਾਡਾ ਰੋਗ ਹੈ ਮੇਰੀ ਮੇਰੀ ਦਾ, ਉਹਦਾ ਮੰਤਰ ਤੇਰਾ ਤੇਰਾ ਏ। ਉਹਦਾ ਨਾਂ ਤਾਂ ਲੈਂਦਾ ਹਰ ਕੋਈ, ਉਹਦੇ ਰਾਹ ਤੇ ਚੱਲਦਾ ਕਿਹੜਾ ਏ। ਸਾਡਾ ਰੋਗ ਹੈ ਮੇਰੀ ਮੇਰੀ ਦਾ, ਉਹਦਾ ਮੰਤਰ ਤੇਰਾ ਤੇਰਾ ਏ। ਉਹਦਾ ਨਾਂ ਤਾਂ ਲੈਂਦਾ ਹਰ ਕੋਈ, ਉਹਦੇ ਰਾਹ ਤੇ ਚੱਲਦਾ ਕਿਹੜਾ ਏ। ਝੂਠੀਆਂ ਗੱਲਾਂ ਹਵਾ ਵਿੱਚ ਛੱਲਾ ਰੌਲਾ ਹੁਣ ਵੇਖਦਾ ਏ। ਉਹ ਤੇਰੀਆਂ ਚੁਸਤ ਚਲਾਕੀਆਂ, ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਛੱਡ ਕੇ ਮਰਦਾਨੇ ਯਾਰਾਂ ਨੂੰ, ਠੱਗਾਂ ਨਾਲ ਲਾ ਲਈ ਯਾਰੀ। ਗੁਰਮੁਖ ਨੂੰ ਮਨਮੁਖ ਕਰ ਬੈਠੇ, ਮਤ ਸਾਗਰ ਆਪੇ ਮਾਰੀਏ। ਛੱਡ ਕੇ ਮਰਦਾਨੇ ਯਾਰਾਂ ਨੂੰ, ਠੱਗਾਂ ਨਾਲ ਲਾ ਲਈ ਯਾਰੀ। ਗੁਰਮੁਖ ਨੂੰ ਮਨਮੁਖ ਕਰ ਬੈਠੇ, ਮਤ ਸਾਗਰ ਆਪੇ ਮਾਰੀ। ਸ਼ਰਮਾ ਲਾ ਕੇ ਹੋਰਾਂ ਕਰ ਲਾ ਕੇ ਅੱਗਾ ਸੇਕਦਾ ਏ। ਉਹ ਤੇਰੀਆਂ ਚੁਸਤ ਚਲਾਕੀਆਂ, ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਉਹ ਤੇਰੀਆਂ ਚੁਸਤ ਚਲਾਕੀਆਂ ਬਾਬਾ ਨਾਨਕ ਦੇਖਦਾ ਏ। ਹਾਂਜੀ ਪਿਆਰੇ ਦਰਸ਼ਕੋ, तो ਤੁਸੀਂ ਇਹਨਾਂ ਦਾ ਇਹ ਗੀਤ ਸੁਣਿਆ ਜੀ। ਵੇਖੋ कैसा आनंद, कैसा म्यूजिक, कैसी लिखत, कैसा ताल, रिदम, हर एक चीज का सुमेल ਜਿਹੜਾ ਇਸ ਗੀਤ ਦੇ ਵਿੱਚ ਸਾਨੂੰ ਸੁਣਨ ਵਾਸਤੇ ਪ੍ਰਾਪਤ ਹੋਇਆ। ਵੀਰ ਜੀ ਤੁਹਾਡਾ ਇਹ ਗੀਤ ਬੜਾ ਪਿਆਰਾ ਭੰਡਾਰ ਸਾਹਿਬ ਜੀ। ਤੇ ਜਦੋਂ ਇਹ ਗੀਤ ਤੁਸੀਂ ਰਾਈਟਰ ਦੇ ਪਾਸੋਂ ਲਿਖਿਆ ਲਿਆ ਤੁਸੀਂ ਰਾਈਟਰ ਦੇ ਪਾਸੋਂ, ਤੇ ਤੁਹਾਨੂੰ ਇਹ ਪੜ੍ਹ ਕੇ ਗੀਤ ਉਸ ਵੇਲੇ ਤੁਸੀਂ ਕੀ ਮਹਿਸੂਸ ਕੀਤਾ ਵੀ ਮੈਨੂੰ ਇਹ ਰਿਕਾਰਡ ਜ਼ਰੂਰ ਕਰਾਉਣਾ ਚਾਹੀਦਾ ਕਿ ਜਾਂ ਕੀ ਤੁਹਾਡੇ ਮਨ ਚ ਆਈ ਉਦੋਂ? ਇਹ ਭਾਜੀ ਗੱਲ ਤਾਂ ਜਦੋਂ ਮੈਂ ਇਹ ਗਾਣਾ ਘਰ ਆ ਕੇ ਮੈਂ ਪੜ੍ਹਿਆ ਨਾ, ਜੋ ਲੋਕੀ ਅੱਜ ਕੱਲ ਕਰਮਕਾਂਡ ਕਰਦੇ ਆ, ਸ਼ਰੀਅਤ ਕਰਦੇ ਆ, ਰੱਬ ਦੇ ਨਾਲ
ਜਾਣੀ ਚਲਾਕੀਆਂ ਕਰਦੇ ਆ। ਉਸ ਹਿਸਾਬ ਨਾਲ ਜਦੋਂ ਮੈਂ ਪੜ੍ਹਿਆ ਤੇ ਮੇਰਾ ਜੀ ਕੀਤਾ ਵੀ ਇਹ ਗਾਣਾ ਅੱਜ ਦੇ ਸਮੇਂ ਵਿੱਚ ਇਹ ਜਾਣੀ ਰਿਕਾਰਡ ਕਰਨਾ ਚਾਹੀਦਾ, ਔਰ ਮੈਨੂੰ ਬਹੁਤ ਪਿਆਰਾ ਗੀਤ ਲੱਗਾ। ਔਰ ਫਿਰ ਮੈਂ ਜਲੰਧਰ ਜਾ ਕੇ ਰਿਕਾਰਡਿੰਗ ਕੀਤੀ। ਇੱਥੇ ਮੇਰੇ ਬਹੁਤ ਅਜੀਜ਼ ਦੋਸਤ ਵੀਰ ਭਾਨ ਸਿੰਘ, ਜਿਨ੍ਹਾਂ ਨੇ ਸਿੱਖ ਚੈਨਲ ਦੇ ਉੱਪਰ 12-14 ਸਾਲ ਕੰਮ ਵੀ ਕੀਤਾ, ਉਹਨਾਂ ਨੇ ਇੰਗਲੈਂਡ ਦੇ ਵਿੱਚ ਫਿਰ ਇਹ ਗਾਣਾ ਸ਼ੂਟ ਕੀਤਾ ਤੇ ਇੰਡੀਆ ਮੈਂ ਫਿਰ ਇਸ ਗਾਣੇ ਦੀ ਸਟੋਰੀ ਪਾ ਕੇ ਤਾਂ ਹੁਣ ਤੁਹਾਡੇ ਸਾਹਮਣੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿੱਖ ਚੈਨਲ ਦੇ ਉੱਪਰ ਮੈਂ ਪੇਸ਼ ਕੀਤਾ ਜੀ। ਜੀ ਜੀ, ਇਹਦੇ ਵਿੱਚ ਆਪਾਂ ਜਿਹੜੇ ਸੀਨ ਪਾਏ ਗਏ ਨੇ, ਜਿਹੜੀਆਂ ਫਿਲਮਾਇਆ ਗਿਆ ਇਸ ਚੀਜ਼ ਨੂੰ, ਸਾਡੇ ਬੜੇ ਪਿਆਰੇ ਮੇਤੋਂ ਤੇ ਬੜੇ ਛੋਟੇ ਨੇ ਵੀਰ ਭਾਨ ਸਿੰਘ ਜੀ, ਔਰ ਉਹਨਾਂ ਦੀ ਇੱਕ ਵੀਡੀਓਗ੍ਰਾਫੀ ਜਿਹੜੀ ਆ ਉਹ ਲਾਜਵਾਬ ਹੈ, ਕਿਉਂਕਿ ਉਹਨਾਂ ਨੇ ਸਿੱਖ ਚੈਨਲ ਤੇ ਕੰਮ ਕੀਤਾ ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਰਿਕਾਰਡਿੰਗਾਂ ਕੀਤੀਆਂ ਨੇ ਤੇ ਆਪਣੇ ਬਾਖੂਬੀ ਉਹਨਾਂ ਨੇ ਇਸ ਵੀਡੀਓ ਸ਼ੂਟ ਕਰਨ ਵਾਸਤੇ ਇੱਕ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਇਹਨੂੰ ਵੀਡੀਓ ਸ਼ੂਟ ਕੀਤਾ ਜੀ। ਤੇ ਇਹਦੇ ਵਿੱਚ ਬਹੁਤ ਵਧੀਆ ਜਿਹੜੀਆਂ ਚੀਜ਼ਾਂ ਉਹਨਾਂ ਨੇ ਸੋਚ ਕੇ ਇਹਨੂੰ ਵੀਡੀਓ ਸ਼ੂਟ ਕੀਤਾ। ਪੰਡਾਲ ਸਾਹਿਬ ਜੀ, ਜਿਹੜੇ ਇਹਦੇ ਵਿੱਚ ਬੋਲ ਤੁਸੀਂ ਭਰੇ ਨੇ ਤੇ ਉਹ ਬੋਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਰਾਈਟਰ ਦੀ ਜਿਹੜੀ ਸੋਚ ਆ ਤੇ ਤੁਹਾਡੀ ਇੱਕ ਗਾਇਕੀ ਆ, ਇਹ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪਿਆਰੇ ਦਰਸ਼ਕਾਂ ਲਈ ਜਾਂ ਸਾਡੇ ਸਮਾਜ ਦੇ ਵਾਸਤੇ ਇਹ ਕੀ ਰੰਗ ਲਿਆਏਗੀ? ਦੇਖੋ ਜੀ, ਇਹ ਗੀਤ ਇੱਕ ਐਸਾ ਗੀਤ ਹੈ, ਇਹ ਗੁਰੂ ਮਹਾਰਾਜ ਨੇ ਮੇਰੇ ਕੋਲ ਗਵਾਇਆ, ਉਹਨਾਂ ਨੇ ਲਿਖਿਆ। ਇਤੋਂ ਬਹੁਤ ਵੱਡੀ ਸੇਧ ਮਿਲੂਗੀ, ਕਿਉਂਕਿ ਇਹਦੇ ਵਿੱਚ ਜਿਹੜੇ ਲੋਕੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਮੁਤਾਬਕ ਨਹੀਂ ਚੱਲਦੇ, ਬਾਹਰ ਕਰਮਕਾਂਡ ਕਰਦੇ ਆ, ਸ਼ਰੀਅਤ ਦੇ ਅਧੀਨ ਚੱਲਦੇ ਆ, ਉਹ ਚੀਜ਼ ਨੂੰ ਨਹੀਂ, ਰੂਹਾਨੀਅਤ ਨੂੰ ਚੱਲਦੇ, ਜਾਣੀ ਰੂਹਾਨੀਅਤ ਨੂੰ ਮੰਨ ਕੇ ਨਹੀਂ ਚੱਲਦੇ, ਜੋ ਗੁਰੂ ਨਾਨਕ ਸਾਹਿਬ ਕਹਿੰਦੇ ਆ, ਇਹਨਾਂ ਨੂੰ ਇਹ ਗੀਤ ਚੋਂ ਸਿੱਖਿਆ ਮਿਲੂਗੀ ਵੀ ਕਰਮਕਾਂਡ ਛੱਡੀਏ ਤੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੇ ਆਪਾਂ ਜਾਣੀ ਕਿ ਪਹਿਰਾ ਦਈਏ। ਜੀ 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 ਜੀ, ਬਿਲਕੁਲ। ਬੜਾ ਤੁਹਾਡਾ ਪਿਆਰਾ ਗੀਤ ਜਿਹੜਾ ਤੁਸੀਂ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਜੀ। ਅਸੀਂ ਤੇ ਅਰਦਾਸ ਇਹ ਕਰਦੇ ਹਾਂ ਸਿੱਖ ਸਾਹਿਬ ਦੇ ਵੱਲੋਂ ਕਿ ਹਮੇਸ਼ਾ ਤੁਹਾਡੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਤੇ ਹਮੇਸ਼ਾ ਰਹਿਮਤਾਂ ਕਰਦੇ ਰਹਿਣ, ਬਖਸ਼ਿਸ਼ਾਂ ਕਰਦੇ ਰਹਿਣ। ਸਾਡੀ ਤੇ ਅਰਦਾਸ ਹੈ, ਸਰੋਤਿਆਂ ਦੀ, ਦਰਸ਼ਕਾਂ ਦੀ, ਸਿੱਖ ਚੈਨਲ ਦੇ ਵੱਲੋਂ ਵੀ ਸਾਡੀ ਇਹੋ ਅਰਦਾਸ ਹੈ ਜੀ। ਹਾਂਜੀ ਪੰਡਾਲ ਸਾਹਿਬ, ਆਪਾਂ ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ ਕਿ ਇੱਕ ਗਾਇਕ ਦੇ ਵਾਸਤੇ 2-3 ਗੱਲਾਂ ਦਾ ਹੋਣਾ ਬੜਾ ਜ਼ਰੂਰੀ ਹੈ ਜੀ। ਉਹ ਕਿਹੜੀਆਂ ਗੱਲਾਂ ਨੇ? ਜਦੋਂ ਬੰਦੇ ਨੇ ਗਾਇਕ ਬਣਨਾ, ਹੁਣ ਮੇਰਾ ਵੀ ਕਾਫੀ ਕਮਰ ਗਰੇਵਾਲ ਸਾਹਿਬ ਜੀ, ਹੰਸਰਾਜ ਜੀ, ਹਰਭਜਨ ਮਾਨ ਜੀ, ਮਲਕੀਤ ਸਿੰਘ ਜੀ, ਗੋਲਡਨ ਸਟਾਰ, ਇਹ ਸਾਰੇ ਜਿੰਨੇ ਗਾਇਕ ਨੇ ਤਕਰੀਬਨ ਕਾਫੀ, ਇਹਨਾਂ ਤੋਂ ਇਲਾਵਾ ਬੜੇ ਕਲਾਸੀਕਲ ਜਿਹੜੇ ਗਾਇਕ ਹੋਏ ਨੇ ਸਾਡੇ, ਉਹਨਾਂ ਦੇ ਨਾਲ ਵੀ ਦਾਸ ਬਹਿੰਦਾ ਉੱਠਦਾ ਰਿਹਾ ਵਾ। ਔਰ ਕਿਉਂਕਿ ਕਾਲਜ ਟਾਈਮ ਤੇ ਇਹ ਤਕਰੀਬਨ ਸਾਡੇ ਜਿਹੜੇ ਹਮ ਉਮਰ ਹੀ ਸੀਗੇ ਤੇ ਲਾਗੇ ਛਾਗੇ ਤੇ ਅਸੀਂ ਮਿਲਦੇ ਰਹੇ ਇੱਕ ਦੂਸਰੇ ਨੂੰ ਵੀ। ਮੈਂ ਜਿਹੜੀ ਗੱਲ ਆਪਣੀ ਦੇ ਨਾਲ ਕਰ ਰਿਹਾ ਸਾਂਝੀ ਕਿ ਇੱਕ ਗਾਉਣ ਵਾਲੇ ਵਾਸਤੇ 2-3 ਚੀਜ਼ਾਂ ਬੜੀਆਂ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਜਤ ਸਤ, ਔਰ ਦੂਸਰੀ ਗੱਲ ਜਿਹੜੀ ਹੈ ਕਿ ਖਾਦ ਖੁਰਾਕ, ਔਰ ਤੀਸਰੀ ਗੱਲ ਜਿਹੜੀ ਹੈ ਕਿ ਰਿਆਜ਼। ਇਹਨਾਂ ਤਿੰਨਾਂ ਗੱਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਦੱਸਣਾ ਚਾਹੋਗੇ, ਕਿਵੇਂ ਬਿਆਨ ਕਰਨਾ ਚਾਹੋਗੇ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਅੱਜ ਕਰ ਚੁੱਕਾ ਵੀ ਜਿੰਨਾ ਕਿ ਮੈਨੂੰ ਰਿਆਜ਼ ਕਰਨ ਦਾ ਮੈਨੂੰ ਸਿਖਾਇਆ ਗਿਆ ਉਹਨਾਂ ਤੋਂ ਮੈਂ ਰਿਆਜ਼ ਕਰਦਾ। ਬਾਕੀ ਜਿਹੜਾ ਮੇਰਾ ਖਾਣਾ ਜੀ, ਮੇਰਾ ਚਰਜੀ ਭਾਜੀ, ਮੈਂ ਸਿੰਪਲ ਖਾਣਾ, ਮੈਂ ਨਾ ਜਾਣੀ ਵੈਜੀਟੇਰੀਅਨ ਮੈਂ ਬੰਦਾ ਵਾਂ, ਨਾ ਕੋਈ ਜਾਣੀ ਖੁਰਾਕ ਮੇਰੀ ਬਹੁਤ ਸਿੰਪਲ ਮੇਰੀ ਖੁਰਾਕ ਹੈ ਜੀ। ਵੈਸੇ ਕੀ ਬਾਤ ਹੈ ਜੀ। ਹਾਂਜੀ, ਸਾਡੇ ਮੇਰਾ ਖਿਆਲ ਆ ਵੀ ਜਿਹੜਾ ਦੂਸਰਾ ਭੋਜਨ ਤੇ ਮੈਂ ਉਹਨਾਂ ਦੇ ਜਾਣੀ ਲਾਗੇ ਵੀ ਨਹੀਂ ਜਾਂਦਾ। ਈਵਨ ਦੈਨ ਮੈਂ ਜਦੋਂ ਕੋਈ ਪੈਕਟ ਲੈ ਕੇ ਪੜ੍ਹਦਾ, ਪਹਿਲਾਂ ਮੈਂ ਪੜ੍ਹਦਾ ਵੀ ਇਹਦੇ ਵਿੱਚ ਕੋਈ ਚੀਜ਼ ਗਲਤ ਨਾ ਆ ਜਾਵੇ ਕਿਤੇ। ਬਾਕੀ ਮੇਰਾ ਪਰਿਵਾਰ ਬਹੁਤ ਸਾਥ ਦਿੰਦਾ। ਮੈਂ ਵੈਜੀਟੇਰੀਅਨ ਬੰਦਾ ਜੀ। ਬਾਕੀ ਰਿਆਜ਼ ਕਰੀਦਾ, ਬਾਕੀ ਆਪਣੀ ਜੋ ਗੁਰੂ ਮਹਾਰਾਜ ਨੇ ਮਲ ਬਖਸ਼ਿਆ ਉਹਦੇ ਹਿਸਾਬ ਨਾਲ ਜਿੰਨਾ ਗਿਆ ਉਹਨਾਂ ਤੁਹਾਡੇ ਸਾਹਮਣੇ ਪੇਸ਼ ਕਰੀਦਾ, ਰੱਬ ਵਰਗੇ ਸਰੋਤਿਆਂ ਸਾਹਮਣੇ। ਜੀ ਜੀ, ਬਿਲਕੁਲ। ਸਭ ਤੋਂ ਪਹਿਲੀ ਤੇ ਮੈਂ ਗੱਲ ਇਹ ਕਰਾਂਗਾ ਕਿ ਤੁਹਾਡੇ ਮਾਂ-ਬਾਪ ਦਾ ਆਸ਼ੀਰਵਾਦ, ਕਿਉਂਕਿ ਉਹ ਧਾਰਮਿਕ ਖਿਆਲਾਂ ਦੇ ਸਨ। ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਮਿਲਿਆ, ਉਸ ਤੋਂ ਬਾਅਦ ਤੁਸੀਂ ਸਮਾਜ ਦੇ ਵਿੱਚ ਵੀ ਵਿਚਰੇ ਆ, ਸਮਾਜ ਦੇ ਵਿੱਚ ਤੁਸੀਂ ਆਪਣੀ ਆਵਾਜ਼ ਜਿਹੜੀ ਆ ਉਹ ਪੈਦਾ ਹੋਈ ਆਵਾਜ਼ ਤੁਹਾਡੀ, ਔਰ ਸਮਾਜ ਦੇ ਵਿੱਚ ਵੀ ਤੁਸੀਂ ਵਾਹਵਾ ਖੱਟੀ ਹੈ। ਤੇ ਤੁਸੀਂ ਇਸ ਗੱਲ ਨੂੰ ਕਿਵੇਂ ਦੱਸਣਾ ਚਾਹੋਗੇ ਕਿ ਇੱਕ ਜਿਹੜਾ ਗਾਇਕ ਹੁੰਦਾ ਹੈ ਉਹਦਾ ਗਾਇਆ ਹੋਇਆ ਗੀਤ, ਜਿਵੇਂ ਕਿ ਸਾਡੇ ਕਾਫੀ ਮਸ਼ਹੂਰ ਜਿਹੜੇ ਇਸ ਵੇਲੇ ਕਲਾਕਾਰ ਨੇ, ਉਹਨਾਂ ਦੇ ਕੁਝ ਗੀਤ ਐਸੇ ਦਰਸ਼ਕਾਂ ਦੇ ਮਨ ਦੇ ਉੱਤੇ ਘਰ ਕਰ ਗਏ ਨੇ ਕਿ ਉਹ ਸਮਾਜ ਨੂੰ ਬਦਲ ਵੀ ਸਕਦੇ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਇੱਕ ਜਿਹੜਾ ਸਿੰਗਰ ਆ ਉਹਦਾ ਕੋਈ ਵਧੀਆ ਗੀਤ ਗਾਇਆ ਹੋਇਆ ਜਿਹੜਾ ਕਿ ਸਮਾਜ ਨੂੰ ਵਧੀਆ ਸੁਨੇਹਾ ਦੇਵੇ ਕਿ ਉਹ ਸਮਾਜ ਦੇ ਵਿੱਚ ਸੁਧਾਰ ਲਿਆ ਸਕਦਾ?
ਬਿਲਕੁਲ ਜੀ ਬਿਲਕੁਲ। ਕਿਉਂ ਵੇਖੋ ਜੀ, ਵੇਖੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਲੈਕਚਰ ਗਾਇਕੀ ਜਿਹੜੀ ਹੈ ਇਹ ਤਾਂ ਵੈਸੇ ਨਹੀਂ ਆਉਣੀ ਚਾਹੀਦੀ। ਜਿਹੜਾ ਗੀਤ ਕੋਈ ਸਭ ਤੋਂ ਪਹਿਲੀ ਗੱਲ ਕਿ ਰਾਈਟਰ ਨੂੰ ਵਧੀਆ ਗੀਤ ਲਿਖਣਾ ਚਾਹੀਦਾ, ਤੇ ਉਹ ਗੀਤ ਪੜ੍ਹ ਕੇ ਫਿਰ ਉਹ ਵਿਚਾਰਨਾ ਚਾਹੀਦਾ, ਵਿਚਾਰ ਕੇ ਫਿਰ ਉਹਨੂੰ ਰਿਕਾਰਡ ਕਰਨਾ ਚਾਹੀਦਾ, ਫਿਰ ਉਹਦੀ ਵੀਡੀਓ ਸ਼ੂਟ ਕਰਨੀ ਚਾਹੀਦੀ ਹੈ। ਜੇ ਆਪਾਂ ਸਮਾਜ ਨੂੰ ਜਾਣੀ ਸੁਧਾਰਨਾ, ਜਿਸ ਤਰ੍ਹਾਂ ਚਲੋ ਕਈ ਹੋਰ ਸਿੰਗਰਾਂ ਦੇ ਵੀ ਗਾਣੇ ਬਹੁਤ ਟੌਪ ਦੇ ਆ। ਮੈਂ 2 ਗਾਣੇ ਦਿੱਤੇ ਹੁਣ, ਬਾਬਾ ਨਾਨਕ ਸਾਹਿਬ ਦਾ ਤੇ ਆਪਣੇ ਇੱਕ ਚੁੰਨੀ ਗੀਤ ਦਿੱਤਾ। ਇਹੋ ਜਿਹੇ ਗੀਤ ਰੇਡੀਓ ਤੋਂ ਆਪਣੇ ਟੈਲੀਵਿਜ਼ਨ ਤੋਂ ਜਾਣੀ ਕਿ ਬਹੁਤ ਇਹ ਜਾਣੀ ਪਲੇ ਹੋਣੇ ਚਾਹੀਦੇ ਆ। ਚੁੰਨੀ ਦਾ ਗੀਤ ਆ, ਇਹ ਦੋ ਗੱਜ ਦੋ ਕੱਪੜਾ ਨੀ ਇੱਜ਼ਤ ਬਣਾਵੇ, ਇੱਜ਼ਤ ਬਣਾਵੇ, ਜਦ ਸਿਰ ਤੇ ਲਈ ਜਾਂਦੀ 4 ਚੰਨ ਲਾਵੇ, 4 ਚੰਨ ਲਾਵੇ। ਤੇ ਗੁਰੂ ਨਾਨਕ ਸਾਹਿਬ ਦਾ ਗੀਤ ਹੈ। ਇਹੋ ਜਿਹੇ ਗੀਤ, ਚੰਗੇ ਗੀਤਾਂ ਨੂੰ ਜਾਣੀ ਕਿ ਚੈਨਲ ਦੇ ਉੱਪਰੋਂ, ਰੇਡੀਓ ਦੇ ਉੱਪਰੋਂ ਬਹੁਤ ਜ਼ਿਆਦਾ ਬੜਾਵਾ ਦੇਣਾ ਚਾਹੀਦਾ, ਤਾਂ ਕਿ ਲੋਕੀ ਦੇਖੋ। ਮੈਂ ਤੁਹਾਨੂੰ ਇੱਕ ਚੁੰਨੀ ਗੀਤ ਦੀ ਦੱਸਣ ਲੱਗਾ ਗੱਲ, ਕਿ ਜਦੋਂ ਮੇਰਾ ਚੁੰਨੀ ਗੀਤ ਚਰਨੀ ਭਾਜੀ ਆਇਆ ਨਾ ਮਾਰਕੀਟ ਦੇ ਵਿੱਚ, ਜੀ ਬਹੁਤ ਕਾਬਲੇ ਗੌਰ ਮੈਂ ਗੱਲ ਸੁਣਨ ਵਾਲੀ। ਮੇਰਾ ਬਰਾੜ ਸਾਹਿਬ ਨੇ ਮੇਰਾ ਸ਼ੋਅ ਕਰਾਇਆ 100 ਸਾਲ ਦੇ ਵਿੱਚ, ਤੇ ਜਿਸ ਵੇਲੇ ਮੈਂ ਸ਼ੋਅ ਕਰਨ ਗਿਆ ਤਾਂ ਉੱਥੇ 4-5 ਕੁੜੀਆਂ ਚੁੰਨੀ ਲੈ ਕੇ ਬੈਠੀਆਂ ਖੱਬੇ ਹੱਥ। ਜਦੋਂ ਮੈਂ ਸਟੇਜ ਤੇ ਗਿਆ, ਜਦੋਂ ਮੈਂ ਸਟੇਜ ਦੇ ਉੱਪਰ ਸ਼ੋਅ ਕਰਕੇ ਹਟਿਆ, ਤਾਂ ਕੁੜੀਆਂ 4-5 ਮੇਰੇ ਕੋਲ ਆ ਗਈਆਂ, ਇਧਰਲੀਆਂ ਬੌਰਨ। ਵੇਖੋ ਤੁਸੀਂ ਕਿੰਨਾ ਚੰਗੇ ਗੀਤ ਦਾ ਅਸਰ ਪੈਂਦਾ। ਤੇ ਉਹ ਕਹਿੰਦੀਆਂ, ਅੰਕਲ ਜੀ ਅਸੀਂ ਤੁਹਾਡਾ ਗਾਣਾ ਸੁਣਿਆ ਸੀ ਆਪਣੇ ਕਿਸੇ ਰੇਡੀਓ ਤੋਂ, ਤੇ ਸਾਡੇ ਮੰਮੀ ਡੈਡੀ ਨੇ ਇਸ ਗਾਣੇ ਨੂੰ ਐਕਸਪਲੇਨ ਕੀਤਾ, ਤਾਂ ਅਸੀਂ ਦੇਖ ਲਓ ਵੀ ਕਹਿੰਦੇ ਅੱਜ ਤੁਹਾਡੇ ਸ਼ੋਅ ਦੇ ਵਿੱਚ ਵੀ ਅਸੀਂ ਜਿੱਥੇ ਵੀ ਜਾਣਾ ਵਾ ਆਪਣਾ ਸੈੱਟ ਢੱਕ ਕੇ ਜਾਣਾ। ਕਿੱਡੀ ਫਖਰ ਵਾਲੀ ਗੱਲ ਹੈ, ਕਿੱਡੀ ਮਾਣ ਵਾਲੀ ਗੱਲ ਹੈ। ਚੰਗਾ ਗੀਤ ਗਾਓਗੇ, ਚੰਗਾ ਗੀਤ ਗਾਓਗੇ, ਤੁਹਾਡੇ ਬੱਚਿਆਂ ਦੇ ਅਸਰ ਪਊਗਾ। ਜੇ ਦੂਸਰੇ, ਮੈਂ ਤਾਂ ਰੱਬ ਅੱਗੇ ਇਹ ਮਲ ਬੇਨਤੀ ਕਰਦਾ ਵੀ ਜਿਹੜੇ ਉਹੋ ਜਿਹੇ ਗੀਤ ਇਸ, ਕਿਉਂਕਿ ਸਾਡਾ ਚਰਨੀ ਭਾਜੀ, ਸਾਡਾ ਇਹ ਮੈਂ ਕਲਚਰ ਹੀ ਨਹੀਂਗਾ। ਸਾਡਾ ਤੇ ਕਲਚਰ ਬਹੁਤ ਗ੍ਰੇਟ ਕਲਚਰ ਆ। ਸਾਡੇ ਦੇ ਕਲਚਰ ਵਿੱਚ ਨਾ, ਜਿੱਦਾਂ ਜਮਲਾ ਜੱਟ ਜੀ, ਭਾਜੀ ਗੁਰਦਾਸ ਮਾਨ, ਕਨਵਰ ਗਰੇਵਾਲ, ਸਤਿੰਦਰ ਸਰਤਾਜ, ਹਾਂਜੀ, ਨੰਦ ਲਾਲ ਨੂਰਪੁਰੀ, ਇਹੋ ਜਿਹੇ ਗਾਣੇ ਵੱਜਣੇ ਚਾਹੀਦੇ ਆ। ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਵੀ ਇਹੋ ਜਿਹੇ ਗਾਣੇ ਆਉਣ, ਤਾਂ ਕਿ ਲੋਕਾਂ ਵਿੱਚ ਜਾਣੀ ਸੁਧਾਰ ਆ ਸਕੇ। ਜੀ ਜੀ ਬਿਲਕੁਲ ਜੀ। ਪੰਡਾਲ ਸਾਹਿਬ ਦੀ ਜੇ ਆਪਾਂ ਗੱਲ ਕਰੀਏ, ਕਈ ਵਾਰੀ ਹੁੰਦਾ ਕਿ ਜਿਵੇਂ ਕਈ ਕਲਾਕਾਰ ਜਿਹੜੇ ਨੇ ਉਹ ਲੱਚਰ ਗੀਤ ਜਿਹੜੇ ਆ ਕਿ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਉਹ ਸੁਣ ਨਹੀਂ ਸਕਦੇ, ਤੇ ਉਹਨਾਂ ਨੂੰ ਉਹ ਗਾ ਦਿੰਦੇ ਨੇ, ਉਹ ਰਿਕਾਰਡ ਕਰਾ ਦਿੰਦੇ ਨੇ। ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਪੁੱਛਣੀ ਚਾਹੁੰਦਾ ਕਿ ਕਈ ਜਿਹੜੇ ਸਾਡੇ ਸਿੰਗਰ ਨੇ, ਜਿਹੜੇ ਐਸੇ ਕਲਾਕਾਰ ਨੇ, ਉਹਨਾਂ ਦਾ ਇੱਕ ਰੋਜ਼ਗਾਰ ਹੈ ਇਹ ਜਿਹੜਾ ਕਿ ਗਾਉਣਾ। ਕਿਉਂਕਿ ਕਈ ਤਾਂ ਹੈਗੇ ਸ਼ੌਂਕ ਦੇ ਨਾਲ ਗਾਉਂਦੇ, ਜਿਨ੍ਹਾਂ ਨੂੰ ਇੱਕ ਸ਼ੌਂਕ ਆ, ਪਰ ਕਈਆਂ ਦਾ ਰੋਜ਼ਗਾਰ ਵੀ ਹੁੰਦਾ ਹੈ, ਕਿਉਂਕਿ ਹਰ ਇੱਕ ਕੰਮ ਉਸ ਵਾਸਤੇ ਪਰਫੈਕਟ ਨਹੀਂ ਹੁੰਦਾ। ਕਈਆਂ ਲਈ ਉਹ ਰੋਜ਼ਗਾਰ ਆ ਤੇ ਕਈਆਂ ਨੂੰ ਸ਼ੌਂਕ ਆ। ਤੇ ਇਹਦੇ ਵਿੱਚ ਜਿਹੜੇ ਹੁਣ ਬੰਦੇ ਰੋਜ਼ਗਾਰ ਜਿਨ੍ਹਾਂ ਦਾ ਇਹਦੇ ਵਿੱਚ ਆ, ਉਹ ਉਹਨਾਂ ਨੂੰ ਜੇ ਅਸੀਂ ਉਹਨਾਂ ਨਾਲ ਗੱਲ ਕਰਕੇ ਵੇਖਦੇ ਆ, ਤੇ ਉਹ ਕਹਿੰਦੇ ਜੀ ਸਾਡਾ ਰੋਜ਼ਗਾਰ ਮਾਰਿਆ ਜਾਂਦਾ ਵਾ। ਤੇ ਤੁਸੀਂ ਇਸ ਬਾਰੇ ਕਿਵੇਂ ਇਸ ਗੱਲ ਨੂੰ ਦੱਸਣਾ ਚਾਹੋਗੇ ਵੀ ਜੇ ਚੰਗੇ ਗੀਤ ਗਾਵਾਂਗੇ, ਰੋਜ਼ਗਾਰ ਤੇ ਉਹਦੇ ਵਿੱਚ ਵੀ ਹੈਗਾ, ਕਿਵੇਂ ਤੁਸੀਂ ਇਸ ਗੱਲ ਨੂੰ ਦੱਸਣਾ ਚਾਹੋਗੇ? ਬਿਲਕੁਲ ਜੀ ਬਿਲਕੁਲ। ਜਿਹੜੀ ਤੁਸੀਂ ਆ ਕੁਐਸਚਨ ਕੀਤਾ, ਬਹੁਤ ਵਧੀਆ ਕੀਤਾ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕਹਿੰਦੀ ਹੈ ਵੀ ਜੇ ਤੁਸੀਂ 10 ਦੀ ਕਿਰਤ ਕਰੋਗੇ ਸੱਚੇ ਮਨ ਦੇ ਨਾਲ, ਤੁਸੀਂ ਚੰਗੇ ਗੀਤ ਗਾ ਕੇ ਵੀ ਤੁਸੀਂ ਆਪਣੀ ਚੰਗੀ ਜਾਣੀ ਮਸ਼ਹੂਰੀ ਖੜ ਸਕਦੇ, ਔਰ ਚੰਗਾ ਤੁਸੀਂ ਆਪਣਾ ਗੁਜ਼ਾਰਾ ਕਰ ਸਕਦੇ ਆ। ਇਹ ਜਾਣੀ ਕੋਈ ਮਤਲਬ ਜ਼ਰੂਰੀ ਨਹੀਂ ਕਿ ਜੇ ਤੁਸੀਂ ਦੂਸਰੇ ਗਾਣੇ ਗਾਓਗੇ ਤਾਂ ਉਹਦੇ ਵਿਊਜ਼ ਬਹੁਤ ਜ਼ਿਆਦਾ ਹੋਣਗੇ, ਤੁਹਾਨੂੰ ਪੈਸੇ ਆਉਣਗੇ। ਚੰਗੇ ਗੀਤ ਗਾਓਗੇ ਤੁਹਾਨੂੰ ਤਾਂ ਵੀ ਵਿਊਜ਼ ਆਉਣਗੇ, ਤੁਹਾਡਾ ਸੱਚੇ ਪਾਤਸ਼ਾਹ ਤੁਹਾਡੀ ਬਾਂਹ ਫੜ ਲੈਂਦਾ ਜੀ। ਇਹ ਕਰਕੇ ਚੰਗੀ ਗਾਇਕੀ ਗਾਉਣੀ ਚਾਹੀਦੀ ਜਿੱਥੋਂ ਤੱਕ ਹੋ ਸਕੇ। ਮੈਨੂੰ ਕਿਸੇ ਬੰਦੇ ਨੇ ਗੀਤ ਦਿੱਤਾ ਵੀ ਪਰਗਣਾ ਆਹ ਗਾਣਾ ਰਿਕਾਰਡ ਕਰਨਾ, ਗਾਣਾ ਮੈਂ ਪੜ੍ਹਿਆ, ਮੇਰੇ ਮਨਪਸੰਦ ਨਹੀਂ ਆ। ਮੈਂ ਕਿਹਾ ਵੀ ਭਾਜੀ ਭਾਵਾਂ ਮੈਨੂੰ ਤੂੰ ਕੋਲੋਂ 5000 ਵੀ ਪਾਉਣ ਦੇ, ਮੈਂ ਤਾਂ ਵੀ ਰਿਕਾਰਡ ਨਹੀਂ ਕਰਨਾ ਹੈ। ਹਾਂ, ਕਿਉਂਕਿ ਮੇਰਾ ਆਪਣਾ ਇੱਕ ਸਟੈਂਡਰਡ ਆ। ਮੈਂ ਕਿਸੇ ਪਰਿਵਾਰ, ਰੂਹਾਨੀਅਤ ਪਰਿਵਾਰ ਵਿੱਚ ਮੈਂ ਪੈਦਾ ਹੋਇਆ। ਮੈਂ ਇੱਕ ਗੀਤ ਪਿੱਛੇ ਸਾਰੀ ਲੋਕਾਂ ਕੋ ਤੁਹਮਤ ਲਾਵਾਂ, ਮੈਨੂੰ ਕਿਹੜਾ ਮਲ ਇਨਸਾਨ ਕਹੂਗਾ ਭਾਜੀ ਵੇ। ਜੀ ਬਿਲਕੁਲ ਪੰਡਾਲ ਸਾਹਿਬ, ਮੈਂ ਗੱਲ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਵੀ ਜਿਵੇਂ ਇੱਕ ਲਿਖਾਰੀ ਆ, ਉਹ ਉਸ ਗੀਤ ਨੂੰ ਲਿਖ ਰਿਹਾ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਗੀਤ ਪੜ੍ਹ ਕੇ ਤੁਸੀਂ ਬਿਲਕੁਲ ਮਨਾ ਕਰ ਦਿੱਤਾ ਕਿ ਇਹ ਗੀਤ ਜਿਹੜਾ ਹੈ ਉਹ ਮੈਂ ਇਸ ਨੂੰ ਨਹੀਂ ਗਾ ਸਕਦਾ, ਮੇਰੀ ਜ਼ਮੀਰ ਜਿਹੜੀ ਆ ਉਹ ਇਜਾਜ਼ਤ ਨਹੀਂ ਦਿੰਦੀ। ਜਦੋਂ ਇੱਕ ਲਿਖਾਰੀ ਗੀਤ ਲਿਖਦਾ, ਕਿ ਲਿਖਾਰੀ ਦੀ ਵੀ ਉਨੀ ਜ਼ਿੰਮੇਵਾਰੀ ਆ
ਕਿ ਮੈਂ ਸਮਾਜ ਦੇ ਵਿੱਚ ਕੋਈ ਐਸੀਆਂ ਲਿਖਤਾਂ ਭੇਜਾਂ ਜਿਨ੍ਹਾਂ ਨੂੰ ਇੱਕ ਕਲਾਕਾਰ, ਇੱਕ ਸਿੰਗਰ ਗਾ ਕੇ ਤੇ ਉਹ ਇੱਕ ਚੰਗਾ ਸੁਣਿਆ ਜਾਵੇ। ਦੇਖੋ ਜੀ, ਮੈਂ ਤੁਹਾਨੂੰ 100 ਹੱਥ ਰਸਾ ਸਿਰੇ ਤੇ ਗੰਢ, ਮੈਂ ਜਿੰਨਾ ਕਿ ਮੇਰੇ ਬ੍ਰੇਨ ਨੇ ਕੰਮ ਕੀਤਾ, ਸਭ ਤੋਂ ਕਸੂਰਵਾਰ ਹੈਗਾ ਰਾਈਟਰ। ਜੇ ਚਰਨਜੀਤ ਭਾਜੀ ਜੇ ਰਾਈਟਰ ਮਾੜੇ ਗਾਣੇ ਲਿਖਣੋਂ ਹਟ ਜਾਣ, ਮਾੜਾ ਗਾਣਾ ਕਦੀ ਮਾਰਕੀਟ ਵਿੱਚ ਆ ਹੀ ਨਹੀਂ ਸਕਦਾ, ਸਭ ਤੋਂ ਕਸੂਰਵਾਰ ਹੈਗਾ ਰਾਈਟਰ, ਸਿੰਗਰ ਬਾਅਦ ਚ ਆਉਂਦਾ। ਜੇ ਰਾਈਟਰ, ਜਿੰਨੇ ਰਾਈਟਰ ਪੰਜਾਬ ਦੇ ਆ, ਜੇ ਉਹ ਇੱਕ ਵਾਰੀ ਕਹਿਣ ਵੀ ਅਸੀਂ ਮਾੜਾ ਗਾਣਾ ਨਹੀਂ ਲਿਖਣਾ, ਕਿੱਦਾਂ ਮਾਰਕੀਟ ਚ ਆਜੂ, ਕਿੱਦਾਂ ਆਜੂ, ਕਸੂਰਵਾਰ ਰਾਈਟਰ ਆ। ਬਿਲਕੁਲ। ਹੁਣ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਗਾਇਕ ਵੀ ਕੁਲਦੀਪ ਮਾਨਕ ਸਾਹਿਬ ਹੋਏ ਨੇ, ਜਾਂ ਕੰਵਰ ਗਰੇਵਾਲ ਸਾਹਿਬ ਜੀ ਨੇ, ਜਾਂ ਹੋਰ ਵੀ ਅੱਛੇ ਗਾਇਕ ਨੇ ਜਿਨ੍ਹਾਂ ਨੇ ਗਾਉਂਦਿਆਂ ਹੋਇਆਂ ਰੋਜ਼ਗਾਰ ਵੀ ਆਪਣਾ ਬਣਾਇਆ, ਲੇਕਿਨ ਗੀਤ ਵੀ ਜਿਹੜੇ ਕੁੱਲ ਮਿਲਾ ਕੇ, ਚਲੋ ਇੱਕ ਆਧ ਗੀਤ ਨੂੰ ਛੱਡ ਕੇ ਬਾਕੀ ਕੁੱਲ ਮਿਲਾ ਕੇ ਜਿਹੜੇ ਆ 98% ਲਾ ਲਈ ਆਪਾਂ, 95% ਲਾ ਲਈ, ਉਹਨਾਂ ਨੇ ਉਹ ਗੀਤ ਗਾਏ ਜਿਹੜੇ ਕਿ ਸਮਾਜ ਦੇ ਉੱਤੇ ਚੰਗਾ ਪ੍ਰਭਾਵ ਪਾਉਣ। ਕੀ ਕਹਿਣਾ ਚਾਹੋਗੇ? ਜੀ ਹਾਂ, ਬਿਲਕੁਲ। ਗਾਣੇ ਉਹੋ ਹੀ ਚੰਗੇ ਗਾਓ ਜਿਨ੍ਹਾਂ ਦਾ ਪ੍ਰਭਾਵ, ਮਿਸਾਲ ਦੇ ਚੁੱਕਾ ਤੁਹਾਨੂੰ ਪਹਿਲਾਂ ਵੀ, ਜੇ ਤੁਸੀਂ ਚੰਗੇ ਗੀਤ ਗਾਓਗੇ ਤੁਹਾਡੇ ਬੱਚਿਆਂ ਤੇ ਚੰਗਾ ਪ੍ਰਭਾਵ ਪਊਗਾ, ਤੁਹਾਡੇ ਸੱਭਿਆਚਾਰ ਤੇ ਕਲਚਰ ਤੇ ਤੁਹਾਡੀ ਵਾਹ ਹੋਊਗੀ, ਤੁਹਾਡਾ ਇੱਜ਼ਤ-ਮਾਨ ਸਤਿਕਾਰ ਹੋਰ ਵਧੂਗਾ ਤੁਹਾਡਾ। ਜੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ। ਇਹਨਾਂ ਚੀਜ਼ਾਂ ਦੇਖੋ ਜੀ, ਜੇ ਤੁਸੀਂ ਆਪਣੀ ਜ਼ੁਬਾਨ ਗੰਦੀ ਕਰਦੇ ਆ, ਜੇ ਤੁਸੀਂ ਆਪਣੀ ਜ਼ੁਬਾਨ ਗੰਦੀ ਕਰਦੇ ਆ, ਤੁਹਾਡਾ ਕਰਮ ਵੀ ਬਣਦਾ ਉਹ। ਬਿਲਕੁਲ ਸਹੀ ਹੈ, ਹਾਂ। ਇਹ ਵੇਖੋ, ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਲੈਂਦੇ ਆ, ਜੋ ਬੀਜੇਗਾ ਉਹ ਵੱਢਣਾ ਪੈਣਾ। ਜੇ ਤੂੰ ਜ਼ੁਬਾਨ ਵਿੱਚੋਂ ਗੰਦ ਬੋਲੇਗਾ ਤੇ ਉਹ ਉਸੇ ਵੇਲੇ ਤੇਰਾ ਲਿਖਿਆ ਜਾਣਾ, ਕਰਮ ਤੇਰਾ ਬਣ ਜਾਣਾ, ਉਹ ਚੋਂ 4 ਪੈਸੇ ਕਮਾ ਲੇਗਾ, ਪਰ ਅੱਗੇ ਜਾ ਕੇ ਉਹਦਾ ਹਿਸਾਬ ਕਿਤਾਬ ਤੈਨੂੰ ਜਾਨੀ ਪੱਕਾ ਦੇਣਾ ਪੈਣਾ ਤੈਨੂੰ। ਜੀ ਬਿਲਕੁਲ ਜੀ, ਹਿਸਾਬ ਕਿਤਾਬ ਪੱਕਾ ਦੇਣਾ ਪੈਣਾ। ਪੰਡਾਲ ਸਾਹਿਬ ਜੀ, ਮੈਂ ਹੁਣ ਗੱਲ ਕਰਾਂ ਕਿ ਤੁਹਾਡਾ ਪਿਆਰਾ ਗੀਤ ਜਿਹੜਾ ਇਸ ਵੇਲੇ ਬੜਾ ਮਕਬੂਲ ਹੋਇਆ ਗੀਤ ਆ, ਆਪਾਂ ਰੇਡੀਓ ਤੋਂ ਵੀ ਸੁਣਦੇ ਆ, ਉਵੇਂ ਵੀ ਆਪਾਂ ਇੰਟਰਨੈਟ ਰਾਹੀਂ ਵੀ, ਆਪਾਂ ਫੇਸਬੁੱਕ ਰਾਹੀਂ ਵੀ ਆਪਾਂ ਉਹ ਗੀਤ ਜਿਹੜਾ ਇਸ ਵੇਲੇ ਸੁਣਦੇ ਆ, ਉਹ ਹੈ ਜੀ ਚੁੰਨੀ ਦਾ ਗੀਤ, ਜਿਹਦੀ ਤੁਸੀਂ ਗੱਲ ਪਹਿਲਾਂ ਥੋੜੀ ਜਿਹੀ ਸਾਂਝੀ ਕੀਤੀ ਆ। ਜਦੋਂ ਆਪਾਂ ਉਸ ਗੀਤ ਨੂੰ ਸੁਣਦੇ ਆ ਤੇ ਸਾਡੀਆਂ ਜਿਹੜੀਆਂ ਬੱਚੀਆਂ ਵੀ, ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਬੱਚੀਆਂ ਇੱਥੇ ਦੀਆਂ ਜੰਪਾਲ ਜਿਹੜੀਆਂ, ਉਹਨਾਂ ਨੇ ਵੀ ਉਹ ਗੀਤ ਸੁਣ ਕੇ ਤੇ ਉਹਨਾਂ ਸਿਰਾਂ ਦੇ ਉੱਤੇ ਚੁੰਨੀਆਂ ਲੈ ਲਈਆਂ, ਜਿਹੜੀਆਂ ਕਿ ਚੁੰਨੀਆਂ ਦੁਪੱਟਾ ਜਿਹੜਾ ਜਿਸ ਔਰਤ ਦੇ ਸਿਰ ਦੇ ਉੱਤੇ ਆ, ਤੇ ਕਹਿੰਦੇ ਇਹਦਾ ਸੁਹਾਗ ਹੈਗਾ ਵਾ, ਤੇ ਜਿਹੜੇ ਸਿਰ ਤੋਂ ਦੁਪੱਟਾ ਲੈ ਗਿਆ ਕਹਿੰਦੇ ਇਹਦਾ ਸੁਹਾਗ ਨਹੀਂ ਹੋਣਾ। ਆਪਾਂ ਇਹ ਪੁਰਾਣੇ ਜਿਹੜੇ ਬਜ਼ੁਰਗ ਇਹੋ ਅੰਦਾਜ਼ਾ ਲਾਉਂਦੇ ਹੁੰਦੇ ਸੀ ਕਿ ਜਿਹਦੇ ਸਿਰ ਤੇ ਚੁੰਨੀ ਹੁੰਦੀ ਸੀ ਤੇ ਕਿਤੇ ਸੁਹਾਗ ਵਾਲੀ ਹੈ, ਪਤੀ ਵਾਲੀ ਆ। ਤੇ ਤੁਸੀਂ ਕੀ ਕਹਿਣਾ ਚਾਹੋਗੇ, ਜਿਵੇਂ ਇੱਥੇ ਦੀਆਂ ਵੀ ਬੱਚੀਆਂ, ਚਲੋ ਕੋਈ ਜੰਪਲ ਬੱਚੀਆਂ ਜਿਹੜੀਆਂ ਇੱਥੇ ਦੀਆਂ ਵੀ ਨੇ, ਜਾਂ ਪੰਜਾਬ ਦੀ ਵੀ ਅੱਜ ਗੱਲ ਲਾ ਲਈਏ, ਅੱਜ ਅਸੀਂ ਚੁੰਨੀ ਲੈਣ ਵਾਸਤੇ ਕੋਈ ਤਿਆਰ ਨਹੀਂ, ਬੜੇ ਇਹ ਵਧੀਆ ਸਮੇਂ ਦੇ ਵਿੱਚ ਤੁਸੀਂ ਇੱਕ ਗੀਤ ਕੱਢਿਆ, ਤੇ ਇਸ ਚੁੰਨੀ ਦੀ ਜਿਹੜੀ ਮਹਾਨਤਾ ਹੈਗੀ ਆ, ਜਿਹੜੀ ਮਹੱਤਤਾ ਹੈਗੀ ਆ ਚੁੰਨੀ ਦੀ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਚਰਨਜੀਤ ਭਾਜੀ, ਇਹ ਗੀਤ ਕਿੱਥੋਂ ਆਇਆ, ਕਿਵੇਂ ਆਇਆ? ਇਹ ਮੈਂ ਆਪਣਾ ਜਾਨੀ ਡੀਜੇ ਕਰਦਾ ਵਾਂ, ਤੇ ਡੀਜੇ ਕਰਦਾ ਤੇ ਉਹਦੇ ਵਿੱਚ ਮੈਂ ਚੁੰਨੀ ਦੇ ਪ੍ਰੋਗਰਾਮ ਬਹੁਤ ਕਰਦਾ, ਤੇ ਮੈਨੂੰ ਹੁਣ ਮੈਂ 100 ਸਾਲ ਪ੍ਰੋਗਰਾਮ ਕੀਤਾ, ਇੱਕ ਮੈਂ ਕਮੈਂਟ, ਉੱਥੋਂ ਮੈਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਮੇਥੋਂ ਤੱਕ ਜਦੋਂ ਚੁੰਨੀ ਦੀ ਰਸਮ ਹੋ ਰਹੀ ਸੀ ਤੇ ਮੈਂ ਗਾਣਾ ਬੋਲਿਆ ਉੱਥੇ, ਤੇ ਮੈਂ ਸਾਡੀਆਂ ਭੈਣਾਂ ਮੈਂ ਜਾਣੀ ਕਿ ਭਾਵੁਕ ਹੁੰਦੀਆਂ ਦੇਖੀਆਂ, ਤੇ ਸੱਜਣਾ ਬੇਲੀਆਂ ਨੇ ਬੜਾ ਮੇਰਾ ਸਤਿਕਾਰ ਕੀਤਾ, ਮਾਣ ਕੀਤਾ। ਮੇਰੇ ਨਾ ਦਿਮਾਗ 'ਚ ਕਲਿੱਕ ਹੋਇਆ, ਮੈਂ ਕਿਹਾ ਪਰਗਣਾ ਪੈਸੇ ਨਾਲ ਨਹੀਂ ਜਾਣੇ, ਇੱਥੇ ਪੈਸੇ ਲਾ ਕੇ ਇਹ ਗਾਣਾ ਫਿਰ ਮੈਂ ਮਾਰਕੀਟ ਵਿੱਚ ਇੰਡੀਆ ਗਿਆ, ਰਿਲੀਜ਼ ਕਰਾਇਆ, ਦਲਜੀਤ ਭਾਜੀ ਨੇ ਸੰਗੀਤ ਕੀਤਾ, ਤੇ ਇੰਡੀਆ ਤੋਂ ਮੈਂ ਇਹਦੀ ਵੀਡੀਓ ਸ਼ੂਟ ਕੀਤੀ। ਚੁੰਨੀ ਦੀ ਮਹਾਨਤਾ, ਚੁੰਨੀ, ਮੈਂ ਕਹਿੰਦਾ ਤੁਸੀਂ ਕਿਤੇ ਕਾਮਨ ਸੈਂਸ ਵਰਤ ਕੇ ਦੇਖੋ, ਤੁਸੀਂ ਸਾਰੀ ਦੁਨੀਆ ਨੂੰ ਇੱਕ ਸਾਹਮਣੇ ਰੱਖ ਕੇ ਦੇਖ ਲਓ। ਈਵਨ ਦੈਨ ਮੈਂ ਕਹਿੰਦਾ, ਮੈਂ ਗੋਰਿਆਂ ਦੀਆਂ ਬਲੈਕ ਐਂਡ ਵਾਈਟ ਫਿਲਮਾਂ ਦੇਖੀਆਂ ਇੱਕ ਵਾਰੀ, ਗੋਰੀਆਂ ਵੀ ਸਿਰ ਤੇ ਦੁਪੱਟਾ ਲੈਂਦੀਆਂ ਹੁੰਦੀਆਂ ਸੀ, ਕੋਈ ਵਕਤ ਸੀ। ਜੀ ਬਿਲਕੁਲ। ਤੁਸੀਂ ਦੁਨੀਆ ਪਹਿਲਾਂ, ਇਹ ਤੇ ਚਰਨਜੀਤ ਭਾਜੀ, ਦੁਨੀਆ ਵਿਗੜ ਗਈ। ਇਹ ਗੋਰੀਆਂ ਦੁਪੱਟਾ ਲੈਣ ਤੋਂ ਬਗੈਰ ਬਾਹਰ ਨਹੀਂ ਜਾਂਦੀਆਂ ਹੁੰਦੀਆਂ। ਤਾਂ ਸਾਡਾ ਕਲਚਰ ਇਹ ਤੋਂ ਬਹੁਤ ਜ਼ਿਆਦਾ ਗ੍ਰੇਟ ਸੀ। ਸਾਡਾ ਕਲਚਰ ਬਹੁਤ ਗ੍ਰੇਟ ਸੀ। ਪਰ ਇਹ ਚੁੰਨੀ ਦੀ ਮਹਾਨਤਾ, ਕਿਉਂਕਿ ਚੁੰਨੀ ਦੇ ਵਿੱਚ ਇੱਕ ਟੱਪਾ ਉਹ ਹੈਗਾ ਵਾ, ਮੁਸ਼ ਮਰਦ ਦੀ ਗੁੱਤ ਔਰਤ ਦੀ,
सोहनी लगे शंगारी, भोजन भजन खजाना नारी, परदे दे अधिकारी। बनी ही रह जाए इज्जत है साडी, बनी ही रह जाए इज्जत है साडी, एयो हर कोई चावे। ये तो गज तो कपड़ा नहीं, इज्जत बनावे, इज्जत बनावे। दुनी गज तो कपड़ा नहीं, इज्जत बनावे, इज्जत बनावे। ਜੀ ਬਿਲਕੁਲ ਭੰਡਾਰ ਸਾਹਿਬ, ਤੁਸੀਂ ਬਹੁਤ ਹੀ ਕਮਾਲ ਦੀ ਗੱਲ ਇਹਦੇ ਵਿੱਚ ਭਰ ਦਿੱਤੀ ਹੈ ਕਿ ਜਿਵੇਂ ਆਮ ਕਹਾਵਤ ਬਣੀ ਆ ਉਹਨੂੰ ਤੁਸੀਂ ਇਸ ਗੀਤ ਦੇ ਵਿੱਚ ਗਾ ਦਿੱਤਾ। ਭੋਜਨ ਭਜਨ ਖਜ਼ਾਨਾ ਨਾਰੀ, ਇਹ ਚਾਰੇ ਪਰਦੇ ਦੇ ਅਧਿਕਾਰੀ। ਹਾਂਜੀ ਭਾਜੀ ਤੇ ਟੱਪਾ ਵਾ, ਮੁਸ਼ ਮਰਦ ਦੀ ਗੁੱਤ ਔਰਤ ਦੀ ਸੋਹਣੀ ਲੱਗੇ ਸ਼ਿੰਗਾਰੀ, ਭੋਜਨ ਭਜਨ ਖਜ਼ਾਨਾ ਨਾਰੀ, ਪਰਦੇ ਦੇ ਅਧਿਕਾਰੀ। ਇੰਨੀ ਮਹਾਨਤਾ ਇਸ ਚੀਜ਼ ਦੀ ਆ। ਵਾਹ 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 ਵਾਹ, ਕੀ ਮਹਾਨਤਾ। ਭੰਡਾਰ ਸਾਹਿਬ ਜੀ, ਆਓ ਆਪਾਂ ਤੁਹਾਡਾ ਇਹ ਇੱਕ ਰਿਕਾਰਡ ਕਰਵਾਇਆ ਹੋਇਆ ਗੀਤ ਜਿਹੜਾ ਜਿਹਦੇ ਵਿੱਚ ਬਾਖੂਬੀ ਮਿਊਜ਼ਿਕ ਜਿਹੜਾ ਉਹ ਵੀ ਦਿੱਤਾ ਗਿਆ ਤੇ ਵੀਡੀਓ ਸ਼ੂਟ ਵੀ ਕੀਤਾ ਗਿਆ। ਆਪਾਂ ਇੱਕ ਪਿਆਰੇ ਦਰਸ਼ਕੋ ਇਹਨਾਂ ਦਾ ਬੜੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਵਿੱਚ ਗਾਇਆ ਹੋਇਆ ਗੀਤ ਚੁੰਨੀ ਦਾ ਗੀਤ, ਆਓ ਸੁਣੀਏ ਜੀ। ਕੀ ਬਾਤ। ਇੱਜ਼ਤ ਬਣਾਵੇ ਜਦ ਸੱਤ ਲਈ ਜਾਂਦੀ, ਜਦ ਸੱਤ ਲਈ ਜਾਂਦੀ, ਜਦ ਸੱਤ ਲਈ ਜਾਂਦੀ, ਚਾਰ ਚੰਨ ਲਾਵੇ, ਚਾਰ ਚੰਨ ਲਾਵੇ। ਇਹ ਦੋ ਗੱਜ ਦੋ ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਚੁੰਨੀ ਗੱਜ ਦੋ ਕਪੜਾ ਨਹੀਂ, ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਲੜਕੇ ਵਾਲਿਆਂ ਵੱਲੋਂ ਚੁੰਨੀ ਆਉਂਦੀ, ਦੋ ਪਰਿਵਾਰਾਂ ਵਿੱਚ ਪਿਆਰ ਵਧਾਉਂਦੀ। ਲੜਕੇ ਵਾਲਿਆਂ ਵੱਲੋਂ ਚੁੰਨੀ ਆਉਂਦੀ, ਦੋ ਪਰਿਵਾਰਾਂ ਵਿੱਚ ਪਿਆਰ ਵਧਾਉਂਦੀ। ਲੜਕੀ ਬੜੀ ਖੁਸ਼ੀ ਮਨਾਉਂਦੀ, ਲੜਕੀ ਬੜੀ ਖੁਸ਼ੀ ਮਨਾਉਂਦੀ, ਜਦ ਚੁੰਨੀ ਆਵੇ। ਇਹ ਦੋ ਗੱਜ ਦੋ ਕਪੜਾ ਨਹੀਂ, ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਚੁੰਨੀ ਗੱਜ ਦੋ ਕਪੜਾ ਨਹੀਂ, ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਇਹਦੀ ਕਰੀ ਸੰਭਾਲ ਨੀਤੀਏ, ਕਹਿੰਦਾ ਜਿੰਦਰ ਭੰਡਾਰ ਨੀਤੀਏ। ਇਹਦੀ ਕਰੀ ਸੰਭਾਲ ਨੀ ਪੈਣੇ, ਕਹਿੰਦਾ ਜਿੰਦਰ ਭੰਡਾਰ ਨੀ ਪੈਣੇ। ਸੰਗਤ ਸ਼ਰਮ ਜਾ ਤੇਰੇ ਗਹਿਣੇ, ਸੰਗਤ ਸ਼ਰਮ ਜਾ ਤੇਰੇ ਗਹਿਣੇ, ਪਰਗਣ ਪਿਆ ਫਰਮਾਵੇ। ਪ੍ਰਾਹੁਣਿਆ ਤੂੰ ਇੱਥੇ ਕਿੱਦਾਂ? ਇਹ ਦੋ ਗੱਜ ਦੋ ਕਪੜਾ ਨਹੀਂ, ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਚੁੰਨੀ ਗੱਜ ਦੋ ਕਪੜਾ ਨਹੀਂ, ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਇਹ ਦੋ ਗੱਜ ਦੋ ਕਪੜਾ ਨਹੀਂ, ਕਪੜਾ ਨਹੀਂ, ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਬਹੁਤ ਧੰਨਵਾਦ ਪਿਆਰੇ ਦਰਸ਼ਕੋ। ਇਹ ਜਿਹੜਾ ਗੀਤ ਗਾਇਆ ਹੋਇਆ ਪ੍ਰਗਟ ਭੰਡਾਰ ਜੀ ਦਾ ਤੁਸੀਂ ਸੁਣਿਆ ਵਾ। ਇਹੋ ਜਿਹਾ ਗੀਤ ਅਗਰ ਸਾਡੇ ਸਮਾਜ ਦੇ ਵਿੱਚ ਆਉਣ ਤੇ ਬਿਲਕੁਲ ਸਾਡੇ ਸਮਾਜ ਦੇ ਵਿੱਚ ਸੁਧਾਰ ਜਿਹੜਾ ਆ ਸਕਦਾ ਆ। ਭਾਜੀ ਮੈਂ ਦੇਖਿਆ ਭੰਡਾਰ ਸਾਹਿਬ ਜੀ ਵੀ ਇਹਦਾ ਸੰਗੀਤ ਦੇਣ ਵਾਲੇ ਨੇ ਵੀ ਕਮਾਲ ਕੀਤੀ ਪਈ ਆ, ਔਰ ਵੀਡੀਓ ਸ਼ੂਟ ਕਰਨ ਵਾਲੇ ਨੇ ਵੀ ਕਮਾਲ ਕੀਤੀ ਪਈ ਆ। ਉਹਨਾਂ ਦਾ ਵੀ ਇੱਕ ਗੀਤ ਤੁਹਾਨੂੰ ਸ਼ਿੰਗਾਰਿਆ ਇਸ ਗੀਤ ਨੂੰ, ਉਹਨਾਂ ਬਾਰੇ ਵੀ ਕੀ ਕਹਿਣਾ ਚਾਹੋਗੇ? ਸਾਡੇ ਮੇਰੇ ਬਹੁਤ ਅਜੀਤ ਉਸ ਆਪਣੇ ਅੰਮ੍ਰਿਤਸਰ ਤੋਂ ਦਲਜੀਤ ਸਿੰਘ ਜੀ ਜਿਨ੍ਹਾਂ ਨੇ ਸੰਗੀਤ ਕੀਤਾ, ਜਿੰਦ ਭਾਜੀ ਜਿੰਸ ਢਿੱਲੋਂ ਆਪਣੇ ਟਾਂਗਰੇ ਤੋਂ, ਉਹਨਾਂ ਨੇ ਇਹਦੀ ਵੀਡੀਓ ਸ਼ੂਟ ਕੀਤੀ ਛਪਾਰ ਦੇ ਮੇਲੇ ਲਾਗੇ ਮਾਲਵੇ 'ਚ। ਉਹਨਾਂ ਨੇ ਜਦੋਂ ਮੈਂ ਗੀਤ ਦਿੱਤਾ ਨਾ ਦਲਜੀਤ ਭਾਜੀ ਨੂੰ, ਉਹ ਕਹਿੰਦਾ ਵੀ ਪਰਗਨ ਜੀ ਵੀ ਇਹ ਗੀਤ ਦੇ ਨਾਲ ਮੈਂ ਪੂਰਾ ਇਨਸਾਫ ਕਰਨਾ। ਕਹਿੰਦਾ ਜੇ ਅਗਰ ਗੀਤ ਦੇ ਵਿੱਚ ਮੈਂ ਪੂਰਾ ਇਨਸਾਫ ਨਾ ਦਿੱਤਾ ਤੇ ਇਹ ਕਹਿੰਦਾ ਲੋਕਾਂ ਨੇ ਮੈਨੂੰ ਵੀ ਮਤਲਬ ਗਾਲਾਂ ਕੱਢਣੀਆਂ।
ਇਹ ਕਰਕੇ ਉਹ ਗੀਤ ਸੰਗੀਤ ਦਲਜੀਤ ਭਾਜੀ ਨੇ ਬਹੁਤ ਸ਼ਿੰਗਾਰਿਆ, ਜੰਸ ਭਾਜੀ ਨੇ ਉਹਦੀ ਵੀਡੀਓ ਬਹੁਤ ਵਧੀਆ ਕੀਤੀ ਔਰ ਸਾਰੀ ਦੁਨੀਆ ਨੇ ਪ੍ਰਵਾਨ ਕੀਤੀ ਇਹ ਚੀਜ਼, ਬਹੁਤ ਜ਼ਿਆਦਾ ਸੁਣਾਈ। ਮੈਨੂੰ ਘੱਟੋ ਘੱਟ ਇੰਡੀਆ ਤੋਂ, ਰਾਜਪੁਰਾ ਤੋਂ, ਨੂਰ ਮਹਿਲ ਤੋਂ, ਸੰਗਰੂਰ ਤੋਂ, ਬਹੁਤ ਅਮਰੀਕਾ ਕੈਨੇਡਾ ਤੋਂ, ਜਾਣੀ ਕਿ ਭਰਮਾ ਹੁੰਗਾਰਾ ਮਿਲਿਆ ਮੈਨੂੰ ਜੀ। ਰੱਬ ਵਰਗੇ ਸਰੋਤਿਆਂ ਨੇ ਗੀਤ ਨੂੰ ਬਹੁਤ ਪਿਆਰ ਦਿੱਤਾ ਜੀ। ਜੀ ਬਿਲਕੁਲ ਜੀ ਪੰਡਾਲ ਸਾਹਿਬ, ਇਹੋ ਜਿਹਾ ਜਦੋਂ ਕਾਰਜ ਕਰਨੇ ਹੋਣ, ਕਹਿੰਦੇ ਇੱਕ ਤਾਂ ਬੰਦੇ ਨੂੰ ਸ਼ੌਕ ਬੜਾ ਹੁੰਦਾ ਤੇ ਸ਼ੌਕ ਦਾ ਕਿਤੇ ਮੁੱਲ ਕੋਈ ਨਹੀਂ। ਅੱਛਾ, ਇਹਦੇ ਵਿੱਚ ਹੁਣ ਤੁਸੀਂ ਵੀ ਦੇਖੋ ਇੱਕ ਮਿਹਨਤੀ ਬੰਦੇ ਹੋ ਤੇ ਇਹਨਾਂ ਕੰਮਾਂ ਦੇ ਵਿੱਚ ਕਹਿੰਦੇ ਕਿ ਸ਼ੌਕ ਪੂਰਨ ਵਾਸਤੇ ਤੇ ਖਰਚੇ ਵੀ ਬੜੇ ਆ ਜਾਂਦੇ ਨੇ। ਹੁਣ ਕਿਵੇਂ ਤੁਸੀਂ ਉਹਨਾਂ ਨੂੰ ਜਿਹੜਾ ਅਫੋਰਡ ਕਰਦੇ ਹੋ, ਕਿਵੇਂ ਤੁਸੀਂ ਖਰਚੇ ਜਿਹੜੇ ਇਹਨਾਂ ਤੇ ਕਰਦੇ ਹੋ, ਕਿੱਥੋਂ ਕਰਦੇ ਹੋ? ਚਰਨਜੀਤ ਭਾਜੀ ਵੇਖੋ, ਇਹ ਮਾਲਕ ਨੇ, ਵੇਖੋ ਅਸੀਂ ਇੰਗਲੈਂਡ 'ਚ ਆਏ ਆ, ਸਾਨੂੰ ਮਾਲਕ ਨੇ ਮਾਇਆ ਦਿੱਤੀ ਆ। ਹਜੇ ਫਿਲਹਾਲ ਤਾਂ ਮੈਂ 10 ਲੱਖ ਰੁਪਇਆ ਕੋਲੋਂ ਲਾਇਆ ਮੈਨੂੰ, ਕਿਉਂਕਿ ਮੈਂ ਪੈਸੇ ਦੀ ਪਰਵਾਹ ਨਹੀਂ ਕੀਤੀ, ਪਰ ਮੈਂ ਚੰਗੇ ਗਾਣਿਆਂ ਨੂੰ ਪਹਿਲ ਦਿੱਤੀ। ਠੀਕ ਹੈ ਜੀ। ਹੁਣ ਮੈਨੂੰ ਸਪਾਂਸਰ 2-3 ਮਿਲੇ ਆ ਕੈਨੇਡਾ ਤੋਂ ਔਰ ਇੰਡੀਆ ਤੋਂ ਵੀ। ਮੈਂ ਜਦੋਂ ਗੀਤ ਰਿਕਾਰਡ ਕਰਾਏ, ਮੈਂ ਪੈਸਾ ਨਹੀਂ ਦੇਖਿਆ, ਮੈਂ ਆਪਣਾ ਕਲਚਰ ਦੇਖਿਆ, ਮੈਂ ਆਪਣਾ ਸੱਭਿਆਚਾਰ ਦੇਖਿਆ। ਹਾਂਜੀ, ਇਹ ਕਰਕੇ ਪੈਸੇ ਹੱਥਾਂ ਦੀ ਮੈਲ ਆ, ਪੈਸੇ ਮਾਲਕ ਨੇ ਦਿੱਤੇ, ਇਹ ਸਾਡੇ ਥੋੜੀ ਆ, ਮਾਲਕ ਨੇ ਦਿੱਤੇ ਆ, ਮਾਲਕ ਦੇ ਪੈਸੇ ਆ, ਮਾਲਕ ਦੇ ਖਜ਼ਾਨੇ ਚੋਂ ਮਿਲਾਤੇ ਆ। ਹਾਂਜੀ ਜੀ ਬਿਲਕੁਲ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਜਿਵੇਂ ਕਿ ਗੀਤ ਤੁਸੀਂ ਇਸ ਵੇਲੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ, ਪਰ ਇੱਥੇ ਜਿਹੜੇ ਸਾਡੇ ਪਿਆਰੇ ਦਰਸ਼ਕ ਨੇ, ਉਹਨਾਂ ਦਰਸ਼ਕਾਂ ਦਾ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਗੀਤਾਂ ਨੂੰ ਸਪਾਂਸਰ ਕਰੀਏ। ਸਪਾਂਸਰ ਕਰਦੇ ਹੋਏ ਅਸੀਂ ਗਾਉਣ ਵਾਲੇ ਦਾ, ਗੀਤ ਲਿਖਣ ਵਾਲੇ ਦਾ ਜਿਹੜਾ ਅਸੀਂ ਹੌਸਲਾ ਅਫਜ਼ਾਈ ਕਰਦੇ ਰਹੀਏ। ਇਹੋ ਜਿਹੇ ਗੀਤ ਸਾਡੇ ਸਮਾਜ ਦੇ ਵਿੱਚ ਆਉਣ, ਜਿਹੜਾ ਕਿ ਸਾਡੇ ਸਮਾਜ ਦਾ ਸੁਧਾਰ ਕਰ ਸਕਣ। ਪੰਡਾਲ ਸਾਹਿਬ ਜੀ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਇਹੋ ਜਿਹੇ ਗੀਤ ਤੁਸੀਂ ਹੋਰ ਵੀ ਮਾਰਕੀਟ ਦੇ ਵਿੱਚ ਲਿਆਓਗੇ? ਬਿਲਕੁਲ ਜੀ ਬਿਲਕੁਲ, ਤਿਆਰੀਆਂ। ਮੈਂ ਕਹਿੰਦਾ ਜੀ ਤੁਸੀਂ ਬਹੁਤ ਤਗੜਾ ਕੁਐਸਚਨ ਕੀਤਾ। ਚੁੰਨੀ ਦਾ ਗੀਤ ਜਿੰਦਰ ਪੜਾਲ ਦੀ ਰਚਨਾ ਸੀ ਤੇ ਇਹ ਗੀਤ ਦੂਜਾ ਜਸਦੀਪ ਸਾਗਰ ਸਾਹਿਬ। ਇੱਕ ਗੀਤ ਮੇਰਾ ਸੀ 25-26 ਸਾਲ ਪਹਿਲਾਂ ਆਇਆ, ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨੇ ਮਾਰਦੇ। ਮੈਂ 2 ਬੋਲ ਤੁਹਾਨੂੰ ਉਹਦੇ ਸੁਣਾਉਣੇ ਆ, ਜਿਹੜਾ ਸਾਰੀ ਦੁਨੀਆ ਛੱਡ ਗਿਆ, ਉਹ ਸੁਣਨ ਵਾਲੀ ਗੱਲ। ਮੈਂ ਬਾਅਦ ਚ ਕਦੀ ਕਦੀ ਬੰਦੇ ਨੂੰ, ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨੇ ਮਾਰ ਦੇ, ਇਹ ਮੌਤ ਹੀ ਜ਼ਰੂਰੀ ਨਹੀਂ ਮਰ ਜਾਣ ਵਾਸਤੇ, ਕਦੀ ਕਦੀ ਬੰਦੇ ਨੂੰ ਸਦਾ ਨਾ ਬਹਾਰਾਂ ਬਾਗੀ ਨਾ ਸਦਾ ਜ਼ਿੰਦਗਾਨੀਆਂ, ਇਹਨਾਂ ਮਜਬੂਰੀਆਂ ਕਈ ਰੋਲੀਆਂ ਜਵਾਨੀਆਂ, ਬੰਦੇ ਦੇ ਕਰਮ ਇਹਨੂੰ ਡੋਬਦੇ ਜਾਂ ਤਾਰ ਦੇ, ਇਹ ਮੌਤ ਹੀ ਜ਼ਰੂਰੀ ਨਹੀਂ ਮਰ ਜਾਣ ਵਾਸਤੇ, ਕਦੀ ਕਦੀ ਬੰਦੇ ਨੂੰ। ਇਹ ਗੀਤ ਜਿੰਦਰ ਪੜਾਲ ਦੀ ਰਚਨਾ, ਮੇਰਾ ਬ੍ਰਦਰ ਸੁਖਸ਼ਿੰਦਰ ਸ਼ਿੰਦਾ ਜੀ ਦਾ ਸੰਗੀਤ ਨਾਲ ਸ਼ਿੰਗਾਰਿਆ ਹੈ ਗੀਤ, ਜੋ ਸਾਰੀ ਦੁਨੀਆ 25-26 ਸਾਲ ਪੁਰਾਣਾ ਗੀਤ ਹੈ ਜੀ। ਜੀ ਜੀ ਬਿਲਕੁਲ। ਤੁਸੀਂ ਜਿਹੜਾ ਗੀਤ ਹੈ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤਾ ਗੀਤ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ, ਤੇ ਸਤਿਗੁਰਾਂ ਦੇ ਚਰਨਾਂ ਵਿੱਚ ਤੁਸੀਂ ਉਦੋਂ ਕੀ ਇੱਕ ਮਹਿਸੂਸ ਕੀਤਾ ਜੀ? ਵੇਖੋ ਜੀ, ਜਦੋਂ ਮੈਂ ਗੁਰਦੁਆਰੇ ਜਾ ਕੇ ਇਹ ਗਾਣਾ ਸ਼ੂਟ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਮੇਰੇ ਦਿਲ ਵਿੱਚ ਇੰਨੀ ਖੁਸ਼ੀ, ਇੰਨੀ ਐਨਰਜੀ, ਇੰਨਾ ਮੈਂ ਮਾਲਕ ਦਾ ਸ਼ੁਕਰਾਨਾ ਕੀਤਾ, ਉਹਦੀ ਹੱਦ, ਜਾਣੀ ਕਿ ਉਹਦੀ ਹੱਦ ਕੋਈ ਹੈ ਹੀ ਨਹੀਂ, ਇੰਨਾ ਮੈਂ ਫੀਲ ਅੰਦਰੋਂ ਹੀ। ਤੁਸੀਂ ਭਾਜੀ ਮਲਵੀਰ ਭਾਨ ਨੂੰ ਕਿਤੇ ਪੁੱਛ ਕੇ ਦੇਖਿਓ, ਮੇਰੇ ਚਿਹਰੇ ਤੇ ਕਿੰਨੀ ਲਾਲੀ ਤੇ ਕਿੰਨੀ ਖੁਸ਼ੀ ਸੀ ਕਿ ਮੇਰੀ ਸੱਚੇ ਪਾਤਸ਼ਾਹ ਨੇ ਮੇਰੀ ਖਾਹਿਸ਼ ਪੂਰੀ ਕੀਤੀ ਆ। ਹਾਂਜੀ ਇਹ ਇਸ ਗੁਰਪੁਰਬ ਤੇ। ਜੀ ਜੀ ਅਰਗਨ ਜੀ, ਕਦੀ ਕਦੀ ਜ਼ਿੰਦਗੀ ਦੇ ਵਿੱਚ ਇਹ ਵੀ ਸਮਾਂ ਆਇਆ ਤੇ ਘਰਦਿਆਂ ਤੋਂ ਮਾਰ ਪਈ ਹੋਵੇ, ਤੁਸੀਂ ਗਾਉਂਦੇ ਹੋ ਮੂੰਹ ਤੇ, ਘਰ ਦੇ ਬਾਪ ਜਾਂ ਮਾਂ ਬਾਪ ਉਹ ਕਦੀ ਤੁਹਾਨੂੰ ਝਿੜਕਦੇ ਹੋਣ, ਕੋਈ ਮੁੜਿਆ ਕੀ ਕਰਦਾ ਤੂੰ ਇਹ? ਬਿਲਕੁਲ ਜੀ ਬਿਲਕੁਲ ਬਿਲਕੁਲ। ਮੈਨੂੰ ਘਰਦਿਆਂ ਵੱਲੋਂ ਤਾਂ ਨਹੀਂ ਝਿੜਕਿਆ ਗਿਆ ਇੰਨਾ ਜ਼ਿਆਦਾ, ਮੈਂ ਚੋਰੀ ਚੋਰੀ ਗਾਉਂਦਾ, ਪਰ ਲੋਕਾਂ ਨੂੰ ਬਹੁਤ ਪਤਾ ਲੱਗ ਗਿਆ ਵੀ ਇਹ, ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਗਾਉਣ ਦਾ ਸ਼ੌਂਕ, ਇਹ ਹਟ ਨਹੀਂ ਸਕਦਾ। ਪਰ ਚਲੋ ਤੁਹਾਨੂੰ ਇੱਕ ਮੈਂ ਸੁਣਾਉਣਾ। ਅਸੀਂ ਨਾ ਰੂੜੀ ਲਈ ਇੱਕ ਵਾਰੀ
2-3 ਹਫ਼ਤੇ ਹੀ ਰੂੜੀ ਪਾਈ ਆਪਣੇ ਖੇਤਾਂ ਦੇ ਵਿੱਚ। ਇਹ 1970 ਦੀ ਗੱਲ ਆ ਜੀ। ਤੇ ਦਿਨ ਨੂੰ ਸੌਣਾ, ਰਾਤ ਨੂੰ ਰੂੜੀ ਪਾਉਣੀ। ਤੇ ਮੈਂ ਜਦੋਂ ਰੂੜੀ ਦਾ ਗੱਡਾ ਲੱਦਿਆ ਤੇ ਉਦੋਂ ਮੇਰੀ ਉਮਰ 14 ਕੁ ਸਾਲ ਦੀ ਸੀ। ਤੇ ਮੈਂ ਰੂੜੀ ਦਾ ਗੱਡਾ ਲੈ ਕੇ ਜਾ ਰਿਹਾ ਚੰਦਾ ਚਾਣਨੀ, ਤੇ ਮੈਂ ਕਰਮਜੀਤ ਧੂਰੀ ਸਾਹਿਬ ਦਾ ਗੀਤ ਗਾਉਣ ਡਿਆ, ਰੱਬ ਨਾ ਠੱਗੀਆਂ ਕੋ ਮਾਰੇ ਬੰਦਿਆ। ਤੇ ਚਲੋ ਹੁਣ ਮੈਂ ਗੱਲ ਤਾਂ ਸੁਣਾ ਹੀ ਦਿੰਦਾ। ਸਾਡੇ ਖੂਹ ਦੇ ਲਾਗੇ ਇੱਕ ਜਾਗਰ ਸੀ, ਰੱਜਿਆ ਸ਼ਰਾਬ ਦੇ ਨਾਲ ਡਾਂਗ ਲੈ ਕੇ ਆ ਗਿਆ ਉਧਰੋਂ। ਓਏ ਮੈਨੂੰ ਕਹਿੰਦਾ ਤੂੰ ਕੌਣ ਓਏ? ਮੈਂ ਕਿਹਾ ਮੈਂ ਬਸੰਤੋਂ ਨੰਬਰਦਾਰ ਦਾ ਮੁੰਡਾ। ਕਹਿੰਦਾ ਯਾਰ ਹੱਦ ਹੋ ਗਈ, ਤੂੰ ਕਹਿੰਦਾ ਧੀਆ ਪੈਣਾ, ਕਹਿੰਦਾ ਖੂਹਾਂ ਤੇ ਸੁੱਕੀਆਂ ਹੋਈਆਂ, ਤੈਨੂੰ ਮਲ ਸ਼ਰਮ ਨੀ ਤੈਨੂੰ ਉਹਦੀ, ਤੂੰ ਮਗਾਉਣ ਡਿਆ। ਉਹ ਮੈਂ ਕਿਹਾ ਮੈਂ ਕਿਹੜਾ ਲੱਚਰ ਗੀਤ ਗਾਉਣਾ, ਇਹ ਗਾਉਣਾ ਵੀ ਰੱਬ ਨਾਲ ਠੱਗੀਆਂ ਕੋ ਮਾਰੇ ਬੰਦਿਆ। ਉਹ ਜੀ ਮੈਂ ਸਵੇਰੇ ਉਹਨੇ ਮੈਨੂੰ ਬਹੁਤ ਕਿਹਾ। ਮੈਂ ਕਿਹਾ ਮੈਂ ਲੱਚਰ ਗੀਤ ਨਹੀਂ ਗਾਉਣ ਵਾਲਾ ਬੰਦਾ, ਮੈਂ ਤਾਂ ਧਾਰਮਿਕ ਗੀਤ ਗਾਉਣ ਵਾਲਾ ਬੰਦਾ। ਮੈਂ ਸਵੇਰੇ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਤਾਂ ਫਾਦਰ ਸਾਹਿਬ ਉਹਦੇ ਘਰ ਗਿਆ। ਕਹਿੰਦਾ ਉਹ ਜਾਗਰਾ ਅਸੀਂ ਰੂੜੀ 3 ਹਫ਼ਤੇ ਪਾਉਣੀ ਆ। ਕਹਿੰਦਾ ਮੇਰਾ ਮੁੰਡੇ ਨੇ ਜੋ ਮਰਜ਼ੀ ਗਾਵੇ, ਗਾਉਂਦਾ ਮੇਰਾ ਮੁੰਡਾ ਧਾਰਮਿਕ ਆ, ਧਾਰਮਿਕ ਗਾਣਾ ਕਹਿੰਦਾ ਉਹਨੂੰ ਗਾਂ ਨਹੀਂ ਰੋਕਣਾ ਕਦੀ ਵੀ। ਤੋ ਉਦੋਂ ਮੈਨੂੰ ਮਾੜਾ ਚੇਤਾ ਹੋਇਆ, ਪਰ ਘਰਦਿਆਂ ਵੱਲੋਂ ਨਹੀਂ, ਮੈਨੂੰ ਘਰਦੇ ਕਹਿੰਦੇ ਮਲ ਧਾਰਮਿਕ ਗਾਂ ਜਿੱਥੇ ਮਰਜ਼ੀ ਗਾਂ। ਜੀ 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 ਬਿਲਕੁਲ, ਤੁਸੀਂ ਗੱਲ ਬੜੀ ਸਿਆਣੀ ਕੀਤੀ ਹੈ। ਕਹਿੰਦੇ ਮਾਂ-ਬਾਪ ਬੇਸ਼ੱਕ ਉੱਪਰੋਂ ਝੜਕਣ, ਲੇਕਿਨ ਅੰਦਰੋਂ ਉਹ ਚਾਹੁੰਦੇ ਹੁੰਦੇ ਆ ਕਿ ਸਾਡਾ ਮੁੰਡਾ, ਇਹਦੀ ਰੁਚੀ ਧਾਰਮਿਕ ਆ, ਇਹਦੀ ਗਾਉਣ ਵਾਲੀ ਰੁਚੀ ਆ, ਇਹਦੀ ਆਵਾਜ਼ ਵਧੀਆ, ਅੰਦਰੋਂ ਖੁਸ਼ ਹੁੰਦੇ ਨੇ। ਜੀ ਸੋ ਗੱਲ ਬਹੁਤ ਵਧੀਆ ਕੀਤੀ ਹੈ, ਕਿਉਂਕਿ ਗਾਉਣ ਵਾਲੇ ਦੇ ਰਸਤੇ ਵਿੱਚ, ਜ਼ਿੰਦਗੀ ਦੇ ਵਿੱਚ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਸੋ ਉਹ ਮੁਸ਼ਕਲਾਂ ਕੱਟ ਕੇ, ਮੁਸ਼ਕਲਾਂ ਪਾਰ ਕਰਕੇ, ਚਲੋ ਪ੍ਰਮਾਤਮਾ ਨੇ ਤੁਹਾਨੂੰ ਬੜਾ ਸੋਹਣਾ ਸਫ਼ਰ ਦਿੱਤਾ। ਤੁਸੀਂ ਇੰਗਲੈਂਡ ਦੇ ਵਿੱਚ, ਯੂਕੇ ਦੇ ਵਿੱਚ ਆ ਕੇ ਤੁਸੀਂ ਸੈਟਲ ਹੋ ਗਏ ਹੋ, ਵੈਲ ਸੈਟਲ ਹੋ। ਇਸ ਵੇਲੇ ਤੁਸੀਂ ਆਪਣੀ ਮਿਹਨਤ ਵੀ ਕੀਤੀ ਇੱਥੇ ਆ ਕੇ, 10-9 ਦੀ ਕਿਰਤ ਕਮਾਈ ਵੀ ਤੁਸੀਂ ਕਰ ਰਹੇ ਹੋ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਸਿੰਗਰ ਨੇ, ਉਹਨਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਦੇ ਗੀਤ ਜਿਹੜੇ ਆ ਰਾਈਟਰਾਂ ਦੇ ਕੋਲੋਂ ਲੈ ਕੇ ਤੇ ਉਹ ਉਹਨਾਂ ਗੀਤਾਂ ਨੂੰ ਗਾਉਣ? ਦੇਖੋ ਜੀ ਚਰਨਜੀਤ ਭਾਜੀ, ਮੈਂ ਹੱਥ ਜੋੜ ਕੇ ਹੁਣ ਵੀ ਬੇਨਤੀ ਕਰਦਾ, ਗਾਂ ਵੀ ਕਰਦਾ ਰਹੂੰਗਾ ਵੀ ਵਧੀਆ ਗਾਓ। ਜਿੱਥੋਂ ਵੀ ਗਾਣਾ ਲਾਣਾ, ਰਾਈਟਰ ਤੋਂ ਪਹਿਲਾਂ ਪੜ੍ਹੋ, ਪੜ੍ਹ ਕੇ ਵਿਚਾਰੋ, ਵਿਚਾਰ ਕੇ ਉਸ ਨੂੰ ਵੇਖੋ ਵੀ ਇਹ ਗਾਣਾ ਮਾਰਕੀਟ ਚ ਆਊਗਾ, ਮੈਨੂੰ ਕੋਈ ਬੰਦਾ ਕੋਈ ਉਂਗਲੀ ਤੇ ਨਾ ਮੱਲ ਚੱਕੂਗਾ। ਫੇਰ ਵਿਚਾਰ ਕੇ ਫੇਰ ਗਾਣਾ। ਮੈਂ ਕਹਿੰਦਾ ਇਹਨਾਂ ਗਾਣਿਆਂ ਗਾਉਣਿਆਂ ਤੋਂ ਨਹੀਂ ਬਹੁਤੇ ਪੈਸੇ ਮਿਲਦੇ, ਇਹ ਤਾਂ ਰੱਬ ਦੇਣ ਵਾਲਾ। ਚੰਗੀ ਗਾਇਕੀ ਗਾਓਗੇ, ਰੱਬ ਤੁਹਾਡੇ ਖਜ਼ਾਨੇ ਭਰਪੂਰ ਕਰ ਦੂਗਾ। ਮੈਨੂੰ ਮੈਂ ਹੁਣ ਆਪਣੇ ਇਸ ਟਾਈਮ ਜਾਨੀ ਸੈਕਸ ਚੈਨਲ ਤੇ ਬੈਠਾ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਮੈਨੂੰ ਮਾਲਕ ਨੇ ਕਿੰਗ ਬਣਾਇਆ। ਮੈਂ ਜਿੰਨਾ ਚਿਰ ਵੀ ਜਿੰਨਾ ਚਿਰ ਵੀ ਗਾਉਣਾ, ਮੇਰਾ ਅਗਲਾ ਗੀਤ ਆ ਰਿਹਾ ਜੀ ਚਰਨਜੀਤ ਭਾਜੀ, ਲੋਕ ਤੱਥ। ਤੁਸੀਂ ਸੁਣ ਕੇ ਇੰਨਾ ਖੁਸ਼ ਹੋਵੋਗੇ, ਮੈਂ ਤੁਹਾਨੂੰ ਗਰੰਟੀ ਕਹਿੰਦਾ। ਤੁਸੀਂ ਮੈਨੂੰ ਫੋਨ ਕਰਕੇ ਥਾਪੀ ਦੇਵੋਗੇ ਵੀ ਪਰਗਣਾ ਸ਼ਾਬਾਸ਼ ਤੇਰੇ ਜੀ। ਇਹ ਕਰਕੇ ਹਾਂ, ਬਹੁਤ ਤਗੜਾ ਗੀਤ ਆ ਰਿਹਾ ਅਗਲੇ 5-7 ਮਹੀਨਿਆਂ ਦੇ ਵਿੱਚ। ਇਹ ਕਰਕੇ ਮੈਂ ਹਰ ਸਿੰਗਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਵਧੀਆ ਗਾਓ, ਆਪਣਾ ਕਲਚਰ ਬਚਾਓ। ਇਹ ਝੂਠੀ ਬੱਲੇ ਬੱਲੇ ਵਿੱਚ ਕੱਖ ਨਹੀਂ ਰੱਖਿਆ। ਨਾ 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 ਨਾ, ਇਹ ਤਾਂ ਚਾਦਰਾਂ ਦੀ ਚਾਂਦਨੀ, ਫੇਰ ਅੰਧੇਰੀ ਰਾਤ ਆ, ਇੱਥੇ ਕਿਹਨੇ ਪੁੱਛਣਾ। ਹਾਂਜੀ, ਇਹ ਕਰਕੇ ਵਧੀਆ ਛਾਪ ਛੱਡ ਕੇ ਜਾਓਗੇ, ਫੇਰ ਭਰਗਮ ਢਾਲ ਨੂੰ ਮਰੇ ਤੋਂ ਬਾਅਦ ਵੀ ਮੈਨੂੰ ਲੋਕੀ ਯਾਦ ਕਰਨਗੇ, ਨਹੀਂ ਤੇ ਕਿਸੇ ਨੇ ਯਾਦ ਨਹੀਂ ਕਰਨਾ ਇੱਥੇ। ਜੀ ਬਿਲਕੁਲ, ਤੁਹਾਡੇ ਜਿਹੜੇ ਗੀਤ ਆ ਉਹ ਦੇਖੋ ਸਦਾ ਬਹਾਰ ਗੀਤ ਆ। ਜੇ ਅੱਜ ਤੋਂ ਗਾਂ ਅੱਗੇ 50 ਸਾਲ ਜਾ ਕੇ ਵੀ ਬੀਤ ਕੇ ਕੋਈ ਸੁਣੂਗਾ, ਉਹ ਸੁਣ ਸਕਦਾ। ਜਿਵੇਂ ਅਸੀਂ ਹੁਣ ਪੁਰਾਣੇ ਗਾਇਕਾਂ ਦੇ, ਭਾਵੇਂ ਉਹਨੇ 50 ਸਾਲ ਹੋ ਗਏ ਨੇ ਦੁਨੀਆ ਤੋਂ ਗਿਆ ਨੂੰ, ਪਰ ਅਸੀਂ ਸੁਣਦੇ ਆ ਗੀਤ ਉਹਨਾਂ ਦੇ, ਤੇ ਅਸੀਂ ਕਹਿੰਦੇ ਪੁਰਾਣੇ ਗੀਤ ਬਹੁਤ ਵਧੀਆ ਸੀਗੇ, ਗੀਤ ਬਹੁਤ ਵਧੀਆ। ਹੁਣ ਲਾਲ ਚੰਦ ਜਮਲਾ ਜੱਟ ਜੀ, ਉਹਨਾਂ ਦੇ ਅਸੀਂ ਗੀਤ ਤੇ ਬੜੇ ਸਿੱਖਿਆ ਭਰੇ ਉਹਨਾਂ ਦੇ ਗੀਤ ਜਿਹੜੇ ਗਾਏ ਹੋਏ ਨੇ। ਉੱਥੇ ਹੀ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ ਕਿ ਜਿੱਥੇ ਗਾਇਕ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਪੜ੍ਹ ਕੇ ਜਿਹੜਾ ਗੀਤ ਹੈ ਉਹਨੂੰ ਫੇਰ ਰਿਕਾਰਡ ਕਰਾਵੇ, ਤੇ ਉੱਥੇ ਲਿਖਾਰੀ ਦੀ ਜ਼ਿੰਮੇਵਾਰੀ ਕੀ ਬਣਦੀ ਹੈ? ਮੈਂ ਕਹਿੰਦਾ ਜੀ, ਮੈਂ ਤਾਂ ਜਿੰਨੀ ਮੇਰੇ ਬ੍ਰੇਨ ਨੇ ਖੋਜ ਕੀਤੀ ਆ, ਜਿੰਨੀ ਲੱਚਰਤਾ ਗਾਇਕੀ ਆਈ ਆ, ਇਹ ਰਾਈਟਰ ਤੋਂ ਸ਼ੁਰੂ ਹੁੰਦੀ ਆ। ਰਾਈਟਰ ਤੋਂ ਗਾਉਣ ਵਾਲੇ ਦਾ ਕਸੂਰ ਇੰਨਾ ਜ਼ਿਆਦਾ ਨਹੀਂਗਾ, ਮੈਂ ਕਹਿ ਸਕਦਾ, ਕਿਉਂਕਿ ਰਾਈਟਰ ਕਵੇ, ਮੈਂ ਕਹਿੰਦਾ ਸਾਰਾ ਪੰਜਾਬ ਹੀ ਚੰਗਾ ਲਿਖਣਾ ਸ਼ੁਰੂ ਕਰਦੇ, ਰਾਈਟਰ ਕਿੱਥੋਂ ਗਾਣਾ ਲੈ ਲੈਣਗੇ? ਕਿੱਥੋਂ ਲੈ ਲੈਣਗੇ ਗਾਣਾ? ਜੋ ਹੈਗੇ ਉਹ ਰਾਈਟਰ ਤੋਂ ਸ਼ੁਰੂ ਹੁੰਦੀ ਗੱਲ। ਰਾਈਟਰ ਮਾੜਾ ਲਿਖਣਾ, ਸਾਰੇ ਰਾਈਟਰ ਛੱਡ ਦੇਣ, ਗਾਇਕੀ ਮੈਂ ਕਹਿੰਦਾ ਵੀ ਜਾਣੀ ਕਿ ਮਾੜੀ ਕਦੀ ਆਊਗੀ ਨਾ। ਜਦੋਂ ਰਾਈਟਰ ਲਿਖਦੇ ਆ, ਇਹਨਾਂ ਤੇ ਜਵਾਨੀ ਦਾ ਪਹਿਰਾ ਹੁੰਦਾ ਵਾ ਸਿੰਗਰਾਂ ਦੇ, ਇਹ ਮਲ ਪਰਵਾਹ ਨਹੀਂ ਕਰਦੇ। ਉਹ ਪਰਵਾਹ ਦੇ ਵਿੱਚ, ਬੇਪਰਵਾਹੀ ਦੇ ਵਿੱਚ ਫਿਰ ਇਹ ਚੀਜ਼ਾਂ ਸਾਰੀਆਂ, ਇਹ ਆਪਣਾ ਕੰਮ ਖਰਾਬ ਹੁੰਦਾ। ਇਹ ਕਰਕੇ ਗੀਤ ਚੰਗੇ ਲਿਖੋ, ਚੰਗੇ ਗਾਓ, ਤੁਹਾਡੇ ਮਾਲਕ ਵੀ ਖੁਸ਼ ਆ,
ਸਾਰੀ ਸਾਰੀ ਜਾਨੀ ਦੁਨੀਆ खुश है तुहाडे जी। जी बिल्कुल जी परगन पंडाल जी, ਹੁਣ ਅਖੀਰ ਦੇ ਵਿੱਚ ਕਿਉਂਕਿ ਟਾਈਮ ਆਪਣਾ ਬਿਲਕੁਲ ਸਿਰੇ ਤੇ ਚਲਾ ਗਿਆ, ਅਖੀਰ ਦੇ ਵਿੱਚ ਸਿੱਖ ਚੈਨਲ ਦੇ ਰਾਹੀਂ ਤੁਸੀਂ ਕੀ ਮੈਸੇਜ ਸਾਡੇ ਦਰਸ਼ਕਾਂ ਨੂੰ ਅਤੇ ਸਿੱਖ ਚੈਨਲ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਜੀ, ਮੈਂ ਸਿੱਖ ਚੈਨਲ ਦਾ ਇੰਨਾ ਪਾਸ਼ਕ ਹਾਂ, ਮੈਂ ਇਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਅਤੀ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਕ ਨਿਮਾਣੇ ਜਿਹੇ ਕਲਾਕਾਰ ਨੂੰ ਅੱਜ ਮੌਕਾ ਦਿੱਤਾ। ਸੋ ਇਹ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ, ਵੱਧ ਤੋਂ ਵੱਧ ਇਹਦੀ ਹੈਲਪ ਕਰਨੀ ਚਾਹੀਦੀ ਹੈ। ਇਹ ਜਾਨੀ ਮੇਰੇ ਵੱਲੋਂ ਇਹ ਸਾਰੇ ਜਾਨੀ ਕਿ ਸਰੋਤਿਆਂ ਅੱਗੇ ਇੱਕ ਅਰਦਾਸ ਆ, ਇੱਕ ਬੇਨਤੀ ਆ। ਸੋ ਸਭ ਤੋਂ ਅਖੀਰ ਤੇ ਇਹ ਆ ਵੀ ਇਹ ਚੈਨਲ ਨੂੰ ਵੱਧ ਤੋਂ ਵੱਧ ਦੇਖੋ। ਅਖੀਰ ਤੇ ਮੈਸੇਜ ਇਹ ਆ ਵੀ ਚੰਗੇ, ਸਭ ਤੋਂ ਪਹਿਲਾਂ ਜੇ ਤੁਸੀਂ ਚੰਗੇ ਇਨਸਾਨ ਬਣ ਜਾਓਗੇ, ਰੱਬ ਆਪਣੇ ਆਪ ਤੁਹਾਡੇ ਪਿੱਛੇ ਆ ਜਾਂਦਾ। ਵਾਹ ਜੀ ਵਾਹ। ਉਸ ਤੋਂ ਬਾਅਦ ਹਾਂ, ਜੇ ਇਨਸਾਨ ਨੇ ਵਧੀਆ ਬਣਦੇ ਤਾਂ ਰੱਬ ਤੁਹਾਡੇ ਲਾਗੇ ਆ ਹੀ ਨਹੀਂ ਕਦੀ ਸਕਦਾ। ਇਹ ਤਾਂ ਮਨ ਚੋਂ ਹੁਣੇ ਖਿਆਲ ਕੱਢ ਦੇਣਾ ਚਾਹੀਦਾ। ਇਹ ਤੇ ਮੇਰਾ ਮੈਸੇਜ ਇਹ ਆ ਵੀ ਰੁੱਖੀ ਸੁੱਖੀ ਖਾਈਏ ਭਾਵੇਂ ਖਾਈਏ ਨਾਲ ਅਚਾਰ, ਪਿਆਰ ਨਾਲ ਹੀ ਆਮਦੀ ਜ਼ਿੰਦਗੀ ਵਿੱਚ ਬਹਾਰ, ਕਦੇ ਕਿਸੇ ਨਾ ਕਰੀਏ ਨਾ ਜ਼ਿੰਦਗੀ ਵਿੱਚ ਤਕਰਾਰ, ਮਿਹਰ ਕਰੀ ਤੂੰ ਸਭ ਤੇ ਰੱਬਾ, ਸਾਡੇ ਵਸਦੇ ਰਹਿਣ ਪਰਿਵਾਰ, ਸਾਡੇ ਖੁਸ਼ ਰਹਿਣ ਪਰਿਵਾਰ, ਸਾਡੇ ਵਸਦੇ ਰਹਿਣ ਪਰਿਵਾਰ। ਇਹ ਦੁਬਾਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੇ ਸਮੂਹ ਪੰਜਾਬੀਆਂ ਨੂੰ, ਸਾਰੀ ਦੁਨੀਆ ਨੂੰ। ਭੁੱਲ ਚੁੱਕ ਮਾਫ। ਇਸੇ ਤਰ੍ਹਾਂ ਇਹ ਚੰਗੇ ਗੀਤਾਂ ਨੂੰ ਚੈਨਲ ਤੇ ਲਾਓ, ਸੁਣੋ, ਤਾਂ ਕਿ ਇਸ ਚੀਜ਼ ਦਾ ਚੰਗਾ ਅਸਰ ਪਵੇ, ਸਾਡਾ ਸੱਭਿਆਚਾਰ ਕਲਚਰ ਸਾਡਾ ਜਾਨੀ ਵਧੀਆ ਰਵੇ ਸਾਡਾ। ਹਾਂਜੀ, ਇਹ ਚੋਂ ਸਾਨੂੰ ਖੁਸ਼ਬੂਆਂ ਮਿਲਣ, ਇਹਦੇ ਵਿੱਚੋਂ ਸਾਨੂੰ ਜਾਨੀ ਕਿ ਮੱਲ ਖੁਸ਼ੀ ਮਿਲੇ ਸਾਨੂੰ। ਠੀਕ ਹੈ ਜੀ, ਬੜੀ ਬੜੀ ਮਿਹਰਬਾਨੀ ਚਰਨਜੀਤ ਸਾਹਿਬ ਜੀ। ਸਭ ਤੋਂ ਵੱਡੀ ਗੱਲ, ਮੈਂ ਤੁਹਾਡਾ ਬੜਾ ਪਾਸ਼ਕ ਹਾਂ ਚਰਨਜੀਤ ਸਾਹਿਬ, ਮੈਂ ਤੁਹਾਡਾ ਬੜਾ ਪਾਸ਼ਕ ਹਾਂ। ਮੇਰੇ ਧੰਨ ਭਾਗ ਆ, ਮੈਂ ਤੁਹਾਡੇ ਸਾਹਮਣੇ ਅੱਜ ਬਹਿ ਕੇ ਰੂਬਰੂ ਹੋਇਆ। ਇਹ ਤੋਂ ਵੱਡੇ ਧੰਨ ਭਾਗ ਹੋਰ ਕੀ ਹੋ ਸਕਦੇ? ਮੈਂ ਤੁਹਾਨੂੰ 21 ਮਾਰਚ ਤੋਂ ਲੈ ਕੇ ਰੋਜ਼ 6:30 ਤੋਂ ਲੈ ਕੇ 7:30 ਵਜੇ ਤੁਹਾਨੂੰ ਮੈਂ ਸੁਣਦਾ। ਕੈਸੀ ਤੁਹਾਡੀ ਸੁਰੀਲੀ, ਤੁਸੀਂ ਜਦੋਂ ਬਾਣੀ ਦੀ ਮੈਂ ਕਥਾ ਕਰਦੇ ਆ, ਕੈਸੀ ਤੁਹਾਡੀ ਆਵਾਜ਼ ਵਿੱਚ ਮਿਠਾਸ। ਓਹੋ, ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ਿਸ਼ ਕਰੇ, ਤੁਹਾਡੇ ਸਾਰੇ ਪਰਿਵਾਰ ਨੂੰ, ਸਾਰੀ ਦੁਨੀਆ ਨੂੰ ਮਾਲਕ ਰਾਜੀ ਖੁਸ਼ ਰੱਖੇ। ਪਰਗਮ ਪੜਾਲ ਵੱਲੋਂ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ, ਇਸ ਚੀਜ਼ ਦੀ ਮਾਫੀ ਚਾਹੁੰਦਾ। ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪਰਗਨ ਪੰਡਾਲ ਜੀ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਸਾਰੇ ਦਰਸ਼ਕ ਤੇ ਸਾਡੇ ਜਿੰਨੇ ਸਰੋਤੇ ਇਸ ਵੇਲੇ ਤੁਹਾਨੂੰ ਸੁਣ ਵੀ ਰਹੇ ਨੇ, ਵੇਖ ਵੀ ਰਹੇ ਨੇ, ਉਹਨਾਂ ਦੇ ਵੱਲੋਂ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਵਾਹਿਗੁਰੂ ਇਹੋ ਜਿਹੇ ਗੀਤ ਗਾਉਣ ਦਾ ਹੋਰ ਬਲ ਬਖਸ਼ੇ ਜੀ, ਜਿਨ੍ਹਾਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਸੁਧਾਰ ਆ ਸਕੇ। ਔਰ ਤੁਹਾਡੇ ਬਹੁਤ ਹੀ ਅੱਛੇ ਵਿਚਾਰ ਔਰ ਵਿਚਾਰਾਂ ਦੇ ਰਾਹੀਂ ਇੱਕ ਬਹੁਤ ਅੱਛਾ ਸੁਨੇਹਾ ਸਾਡੇ ਦਰਸ਼ਕਾਂ ਰਾਹੀਂ, ਸਿੱਖ ਚੈਨਲ ਦੇ ਰਾਹੀਂ ਪੂਰੇ ਸੰਸਾਰ ਦੇ ਵਿੱਚ ਚਲਾ ਗਿਆ ਜੀ, ਪੂਰੇ ਵਰਲਡ ਦੇ ਵਿੱਚ ਚਲਾ ਗਿਆ। ਅਸੀਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ। ਸੋ ਪਿਆਰੇ ਦਰਸ਼ਕੋ, ਇਹ ਸਾਡੇ ਵੀਰ ਪਰਗਨ ਪੰਡਾਲ ਜੀ, ਜਿਨ੍ਹਾਂ ਦੀ ਬੜੀ ਮਿੱਠੀ ਤੇ ਪਿਆਰੀ ਤੇ ਸੁਰੀਲੀ ਆਵਾਜ਼ ਦੇ ਵਿੱਚ ਤੁਸੀਂ ਹਮੇਸ਼ਾ ਗੀਤ ਰੇਡੀਓ ਤੋਂ ਵੀ, ਚੈਨਲਾਂ ਤੋਂ ਵੀ, ਇੰਟਰਨੈਟ ਰਾਹੀਂ, YouTube ਤੇ ਵੀ ਤੁਸੀਂ ਸੁਣਦੇ ਰਹਿੰਦੇ ਹੋ। ਉਹਨਾਂ ਦੇ ਨਾਲ ਅਸੀਂ ਆਪਣੇ ਸਟੂਡੀਓ ਵਿੱਚ ਬੁਲਾ ਕੇ ਅੱਜ ਗੱਲਬਾਤ ਕੀਤੀ ਹੈ ਜੀ, ਤੇ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਵੇਖ ਕੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਿੱਖ ਚੈਨਲ ਨੂੰ, ਤੇ ਜ਼ਰੂਰ ਆਪਣੇ ਫੀਡਬੈਕ ਜ਼ਰੂਰ ਦਿਆ ਕਰੋ ਜੀ। ਸੋ ਇਹਦੇ ਵਿੱਚ ਆਪੋ ਆਪਣੇ ਸਭ ਦੇ ਵਿਚਾਰ ਨੇ, ਜਿਨ੍ਹਾਂ ਨੇ ਵਿਚਾਰ ਕੀਤੇ ਨੇ। ਸੋ ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਵੇਖ ਰਹੇ ਹੋ ਸਿੱਖ ਚੈਨਲ, ਵੇਖਦੇ ਰਹੋ ਸਿੱਖ ਚੈਨਲ। ਆਉਣ ਵਾਲੇ ਪ੍ਰੋਗਰਾਮ ਵੇਖੋ ਜੀ, ਤੇ ਸਾਨੂੰ ਦਿਓ ਇਜਾਜ਼ਤ। ਬੁਲਾਓ ਜੀ ਫਿਰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਬੰਦਾ ਖੁਸ਼ ਹੈ ਖੁਦ ਨੂੰ ਚੱਕਰਾਂ ਦੇ ਵਿੱਚ ਪਾ ਕੇ ਬਈ, ਆਪੇ ਪੂਜੀ ਜਾਂਦਾ ਆਪੇ ਰੱਬ ਬਣਾ ਕੇ ਬਈ, ਸ਼ੀਸ਼ੇ ਵਿੱਚ ਜੜ ਕੇ ਮਾਲਾ ਫੜ ਕੇ ਮੱਥੇ ਟੇਕਦਾ ਏ, ਉਹ ਤੇਰੀਆਂ ਚੁਸਤ ਚਲਾਕੀਆਂ
ओ तेरियां चुस्त चलाकियां बाबा नानक देखदा ए, ओ तेरियां चुस्त चलाकियां बाबा नानक देखदा ए। बनावे चुन्नी गज दो कपड़ा नहीं, कपड़ा नहीं इज्जत बनावे, इज्जत बनावे। जद सत लई जांदी चार चन लावे, चार चन लावे। ए दो गज दो कपड़ा नहीं इज्जत बनावे, इज्जत बनावे। चुन्नी गज दो कपड़ा नहीं, कपड़ा नहीं इज्जत बनावे, इज्जत बनावे। प्यारे दर्शकों, जेकर तुसी साडी इस वीडियो नूं पसंद करते हो तो सानू थम्स अप का रिस्पॉन्स दिओ और साडे चैनल नूं सबसक्राइब करो। बहुत बहुत शुक्रिया, मेहरबानी। लो भी दोस्तों, जे तुसी रज के देसी डीजे नूं बुक करना चाहुंदे हो तो परगम भंडाल दे नाल संपर्क पता करो इस नंबर ते 07835 640 857। थैंक यू वेरी मच।